ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪਾਂ ਓੰਕਾਰ ਬਾਣੀ ਦੀਆਂ 36 ਪੌੜੀਆਂ ਪਿੱਛੇ ਸਮਝ ਚੁੱਕੇ ਹਾਂ। ਅੱਜ ਆਪਾਂ ਪੌੜੀ ਨੰਬਰ 37 ਤੇ ਜੇ ਹੋ ਸਕਿਆ ਤੇ ਨਾਲ 38 ਵੀ ਕਰਨ ਦੀ ਕੋਸ਼ਿਸ਼ ਕਰਾਂਗੇ, ਦੋਵੇਂ ਪੌੜੀਆਂ। ਸੋ ਇਸ ਬਾਣੀ ਦਾ ਜੋ ਮੁੱਖ ਭਾਵ ਸੀ, ਆਪਾਂ ਨੂੰ ਪਤਾ ਹੀ ਹੈ ਕਿ ਰਹਾਉ ਵਾਲੀਆਂ 2 ਪੰਕਤੀਆਂ ਵਿੱਚ ਸੀ। ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ ਰਹਾਉ। ਸੋ ਇੱਥੋਂ ਆਪਾਂ ਸਮਝਦੇ ਸਾਂ ਕਿ ਇਹ ਜਿਹੜੀ ਗੱਲਬਾਤ ਗੁਰੂ ਨਾਨਕ ਸਾਹਿਬ ਦੀ ਹੋਈ, ਜਿਸ ਨੂੰ ਉਹਨਾਂ ਨੇ ਬਾਅਦ ਵਿੱਚ ਇਹ ਬਾਣੀ ਦਾ ਰੂਪ ਦਿੱਤਾ, ਉਹ ਇੱਕ ਓੰਕਾਰੇਸ਼ਵਰ ਜਗ੍ਹਾ ਤੇ ਪੰਡਤ ਜੀ ਦੇ ਨਾਲ ਹੋਈ। ਤੇ ਉੱਥੇ ਹੋਰ ਵੀ ਸਰੋਤਾ ਜਨ ਬਹੁਤ ਹੁੰਦੇ ਹੋਣਗੇ, ਪਰ ਉਹ ਵੀ ਪੰਡਤ ਵੀ ਵਿਦਵਾਨ ਹੀ ਹੋਏਗਾ ਜਿਹਦੇ ਨਾਲ ਗੁਰੂ ਮਹਾਰਾਜ ਦੇ ਨੇ ਅਨਮੋਲ ਬਚਨ ਹੋਏ ਨੇ। ਸੋ ਉਹਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਹੀ ਸ਼ਾਇਦ ਉਹਨੇ ਇਸ ਤਰ੍ਹਾਂ ਪੁੱਛਿਆ ਵੀ ਹੋਏਗਾ ਕਿ ਜਮਾਂ ਦੀ ਫਾਈ ਤੋਂ ਕਿਵੇਂ ਬਚ ਸਕੀਏ, ਕਿਵੇਂ ਸਾਡਾ ਆਉਣ ਜਾਣ ਤੋਂ ਛੁਟਕਾਰਾ ਹੋ ਸਕੇ, ਕਿਵੇਂ ਅਸੀਂ ਇਸ ਜਨਮ ਮਰਨ ਦੇ ਗੇੜ ਵਿੱਚ ਪਏ ਹੋਏ ਹਾਂ। ਸੋ ਇਸ ਤਰ੍ਹਾਂ ਦੇ ਕੁਝ ਕੁਐਸਚਨ ਇਸ ਪੌੜੀ ਵਿੱਚੋਂ ਉੱਠਦੇ ਨੇ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਆਨਸਰ ਕੀਤਾ ਹੋਇਆ ਹੈ। ਪੌੜੀ ਨੰਬਰ 37 ਵਿੱਚ ਗੁਰੂ ਜੀ ਸ਼ੁਰੂ ਹੀ ਇੱਥੋਂ ਕਰਦੇ ਨੇ, ਨਾਨਾ ਕਰਤ ਨਾ ਛੂਟੀਐ, ਵਿਣ ਗੁਣ ਜਮਪੁਰ ਜਾਹੇ। ਨਾਨਾ ਤੋਂ ਭਾਵੇ ਅਨੇਕ ਤਰ੍ਹਾਂ ਨਾਲ, ਅਨੇਕ ਭਾਂਤ ਨਾਲ। ਵਿਣ ਗੁਣ ਜਮਪੁਰ ਜਾਹੇ, ਪਰਮਾਤਮਾ ਦੀ ਭਗਤੀ ਦੇ ਗੁਣ ਜੇ ਸਾਡੇ ਅੰਦਰ ਪੈਦਾ ਨਾ ਹੋਣ, ਜਾਂ ਪਰਮਾਤਮਾ ਦੇ ਗੁਣ ਸਾਡੇ ਅੰਦਰ ਪੈਦਾ ਨਾ ਹੋਣ, ਤੇ ਉਹਨਾਂ ਗੁਣਾਂ ਤੋਂ ਬਿਨਾਂ ਜੀਵ ਜਮਪੁਰ ਨੂੰ ਚਲੇ ਜਾਂਦੇ ਹਨ। ਸੋ ਪਰਮਾਤਮਾ ਦੀ ਭਗਤੀ ਵਾਲੇ ਗੁਣਾਂ ਤੋਂ ਬਿਨਾਂ ਹੋਰ ਜਿੰਨੇ ਵੀ ਅਸੀਂ ਕਰਮ ਕਰੀਏ, ਜਿੰਨੇ ਵੀ ਕਰਮ ਕਾਂਡ ਕਮਾਈਏ, ਨਾਨਾ ਕਰਤ ਨਾ ਛੂਟੀ ਹੈ। ਅਨੇਕ ਭਾਂਤ ਦੇ ਕਰਮ ਕਰਦਿਆਂ ਵੀ ਜਮਾਂ ਦੀ ਫਾਈ ਤੋਂ ਛੁਟਕਾਰਾ ਨਹੀਂ ਹੋ ਸਕਦਾ, ਜਿੰਨੇ ਮਰਜ਼ੀ ਅਸੀਂ ਕਰਮ ਕਮਾਈਏ। ਸੋ ਇੱਥੇ ਵਿਣ ਗੁਣ ਸ਼ਬਦ ਹੈ। ਤੇ ਭੈਣ ਜੀ ਨੇ ਅੱਜ ਮੈਨੂੰ ਈਮੇਲ ਤੇ ਪੁੱਛਿਆ ਸੀ ਕਿ ਉਹ ਲਿੰਕ ਭੇਜੋ, ਇਹ ਵਰਡ ਆ ਥਾਟ ਵਾਲਾ, ਤੇ ਮੈਂ ਭੇਜਿਆ। ਤੁਸੀਂ ਸਾਰਿਆਂ ਨੂੰ ਭੇਜਣਾ। ਤੇ ਉਹਦੇ ਚ ਅੱਜ ਦਾ ਜਿਹੜਾ ਵਰਡ ਹੈ 2 ਅੱਖਰ ਨੇ, ਹਰ ਗੁਣ। ਹਰ ਗੁਣ, ਤੇ ਹਰ ਗੁਣ ਦੇ ਉਹਨਾਂ ਨੇ ਅਰਥ ਕੀਤੇ ਨੇ ਪਰਮਾਤਮਾ ਦੇ ਗੁਣ। ਤੇ ਫਿਰ ਅੱਗੇ ਸਵਾਲ ਪੈਦਾ ਕੀਤਾ ਹੈ ਕਿ ਕੀ ਪਰਮਾਤਮਾ ਨੂੰ ਵੀ ਆਪਣੇ ਗੁਣ ਗਾਇਨ ਕਰਵਾਉਣ ਦੀ ਭੁੱਖ ਹੈ, ਕਿ ਸਾਡੇ ਤੋਂ ਆਪਣੀ ਉਸਤਤ ਕਰਵਾਉਂਦਾ ਹੈ ਉਹ, ਵੀ ਮੇਰੇ ਗੁਣ ਗਾਓ ਤੁਸੀਂ, ਮੈਂ ਬੜਾ ਉਹ ਹਾਂ, ਹਨਾ। ਉਹਨਾਂ ਨੇ ਆਨਸਰ ਕੀਤਾ ਹੈ ਕਿ ਨਹੀਂ, ਪਰਮਾਤਮਾ ਨੂੰ ਆਪਣੇ ਗੁਣ ਗਾਇਨ ਕਰਵਾਉਣ ਦੀ ਕੋਈ ਭੁੱਖ ਜਾਂ ਕੋਈ ਜ਼ਰੂਰਤ ਨਹੀਂ। ਸਗੋਂ ਪਰਮਾਤਮਾ ਦੇ ਗੁਣ ਗਾਇਨ ਕਰਕੇ ਜੋ ਸਾਡੇ ਅੰਦਰ ਉਹ ਮਹਾਨ ਸ਼ਕਤੀ ਬਿਰਾਜਮਾਨ ਹੈ, ਜਿਸ ਨੂੰ ਅਸੀਂ ਪਰਮਾਤਮਾ ਕਹਿ ਰਹੇ ਹਾਂ, ਉਹ ਉਜਾਗਰ ਹੋ ਜਾਂਦੀ ਹੈ। ਉਸ ਸ਼ਕਤੀ ਨੂੰ ਉਜਾਗਰ ਕਰਨ ਤੋਂ ਬਿਨਾਂ ਸਾਡੇ ਅੰਦਰ ਜਿਹੜੇ ਸ਼ੁਭ ਗੁਣ ਨੇ ਉਹ ਪੈਦਾ ਨਹੀਂ ਹੁੰਦੇ। ਉਹਨਾਂ ਗੁਣਾਂ ਤੋਂ ਬਿਨਾਂ, ਹੁਣ ਇੱਥੇ ਗੁਰੂ ਜੀ ਕਹਿ ਰਹੇ ਨੇ ਵਿਣ ਗੁਣ ਜਮਪੁਰ ਜਾਹੇ, ਉਹਨਾਂ ਗੁਣਾਂ ਦੀ ਗੱਲ ਹੈ ਕਿ ਉਹਨਾਂ ਗੁਣਾਂ ਤੋਂ ਬਿਨਾਂ, ਰੱਬੀ ਗੁਣਾਂ ਤੋਂ ਬਿਨਾਂ, ਜਿਹੜੇ ਮੂਲ ਮੰਤਰ ਵਿੱਚ ਵਰਣਨ ਕੀਤੇ ਗਏ ਨੇ, ਜਿਹੜੇ ਗੁਰਬਾਣੀ ਵਿੱਚ ਥਾਂ ਥਾਂ ਤੇ ਲਿਖੇ ਹੋਏ ਨੇ, ਉਹਨਾਂ ਗੁਣਾਂ ਨੂੰ ਅੰਦਰੋਂ ਉਜਾਗਰ ਕਰਨ ਤੋਂ ਬਿਨਾਂ, ਜੀਵਨ ਵਿੱਚ ਅਪਣਾਉਣ ਤੋਂ ਬਿਨਾਂ ਜੀਵ ਜਿਹੜੇ ਨੇ ਉਹ ਜਮਪੁਰੀ ਨੂੰ ਚਲੇ ਜਾਂਦੇ ਨੇ, ਭਾਵ ਮੌਤ ਦੇ ਵਸ ਪੈ ਜਾਂਦੇ ਨੇ।
ਗੁਰੂ ਚੌਥੇ ਪਾਤਸ਼ਾਹ ਦਾ ਬਚਨ ਪੰਨਾ ਨੰਬਰ 367 ਤੇ ਗੁਣ ਵਿਹੂਣ ਮਾਇਆ ਮਲ ਧਾਰੀ, ਵਿਨ ਗੁਣ ਜਨਮ ਮੂਏ ਅਹੰਕਾਰੀ। ਜਿੰਨੇ ਲੋਕ ਗੁਣਾਂ ਤੋਂ ਸੱਖਣੇ ਨੇ, ਯਾਨੀ ਪਰਮਾਤਮਾ ਦੀ ਭਗਤੀ ਵਾਲੇ ਗੁਣਾਂ ਤੋਂ ਸੱਖਣੇ ਨੇ, ਉਹਨਾਂ ਨੇ ਇੱਕ ਤਰ੍ਹਾਂ ਨਾਲ ਆਪਣੇ ਅੰਦਰ ਮਾਇਆ ਦੀ ਮੈਲ ਹੀ ਧਾਰਨ ਕੀਤੀ ਹੋਈ ਹੈ, ਮਾਇਆ ਦੀ ਮੈਲ ਹੀ ਇਕੱਠੀ ਕੀਤੀ ਹੋਈ ਹੈ। ਪਰਮਾਤਮਾ ਦੀ ਭਗਤੀ ਵਾਲੇ ਗੁਣਾਂ ਤੋਂ ਬਿਨਾਂ ਜਨਮ ਮੂਏ ਅਹੰਕਾਰੀ, ਉਹ ਹੰਕਾਰੀ ਲੋਕ ਨੇ ਤੇ ਜਨਮ ਮਰਨ ਦੇ ਗੇੜ ਵਿੱਚ ਪਏ ਹੀ ਰਹਿੰਦੇ ਨੇ। ਉਹਨੇ ਗੁਣ ਕਿੱਥੇ ਨੇ ਜਿੱਥੋਂ ਅਸੀਂ ਸਿੱਖ ਲਈਏ, ਜਿੱਥੋਂ ਅਸੀਂ ਧਾਰਨ ਕਰ ਲਈਏ, ਤਾਂ ਜੋ ਸਾਡਾ ਹੰਕਾਰ ਖਤਮ ਹੋਏ, ਤਾਂ ਜੋ ਸਾਡਾ ਇਹ ਜਨਮ ਮਰਨ ਦਾ ਗੇੜ ਮੁੱਕੇ, ਤਾਂ ਜੋ ਸਾਡੇ ਅੰਦਰੋਂ ਗੁਣ ਪੈਦਾ ਹੋਣ ਤੇ ਅਸੀਂ ਗੁਣ ਕਹਿ ਗੁਣੀ ਸਮਾਵਣਿਆ, ਗੁਣ ਕਹਿ ਕਹਿ ਕੇ ਗੁਣਾਂ ਵਾਲੇ ਮਾਲਕ ਵਿੱਚ ਸਮਾ ਜਾਈਏ ਤੇ ਸਾਡਾ ਇਹਨਾਂ ਵਿਕਾਰਾਂ ਤੋਂ ਛੁਟਕਾਰਾ ਹੋ ਸਕੇ। ਗੁਰੂ ਮਹਾਰਾਜ ਆਖਦੇ ਨੇ, ਸਰੀਰ ਸਰੋਵਰ ਗੁਣ ਪ੍ਰਗਟ ਕੀਏ, ਨਾਨਕ ਗੁਰਮੁਖ ਮੱਥ ਤਤ ਕਢੀਏ। ਇਹ ਜਿਹੜੇ ਗੁਣ ਨੇ ਇਹ ਬਾਹਰ ਨਹੀਂ ਹਨ ਕਿਤੇ। ਜਦੋਂ ਪਰਮਾਤਮਾ ਸਾਡੇ ਅੰਦਰ ਏ ਤੇ ਜਿੰਨੇ ਵੀ ਉਸ ਪਰਮਾਤਮਾ ਦੇ ਗੁਣ ਨੇ ਉਹ ਸਾਡੇ ਅੰਦਰ ਹੀ ਮੌਜੂਦ ਨੇ, ਪਹਿਲਾਂ ਤੋਂ ਹੀ ਮੌਜੂਦ ਨੇ। ਪਰ ਉਹ ਮੋਹ ਮਮਤਾ ਵਿੱਚ ਅਸੀਂ ਫਸੇ ਹੋਏ ਲੋਕ ਆ, ਹੰਕਾਰ ਵਿੱਚ ਫਸੇ ਹੋਏ ਲੋਕ ਆ, ਤੇ ਉਹ ਗੁਣ ਦਬ ਕੇ ਰਹਿ ਗਏ ਨੇ ਥੱਲੇ ਕਿਤੇ, ਔਗਣ ਉੱਤੇ ਨੇ। ਉਹਨਾਂ ਦੇ ਆਧਾਰ ਤੇ ਅਸੀਂ ਜ਼ਿੰਦਗੀ ਜਿਉਂਦੇ ਰਹਿੰਦੇ ਆ। ਜਿਹੜੇ ਗੁਣ ਨੇ ਉਹ ਕਿਤੇ ਉਹਨਾਂ ਔਗਣਾਂ ਦੇ ਥੱਲੇ ਦਬ ਕੇ ਰਹਿ ਗਏ ਨੇ, ਜਿਨ੍ਹਾਂ ਦਾ ਸਾਨੂੰ ਪਤਾ ਵੀ ਨਹੀਂ, ਪਰ ਉਹ ਸਾਡੇ ਅੰਦਰ ਮੌਜੂਦ ਨੇ। ਉਹ ਸਾਰੇ ਹੀ ਗੁਣ ਜੋ ਰੱਬ ਵਿੱਚ ਹੁੰਦੇ ਨੇ। ਗੁਰੂ ਜੀ ਆਖ ਰਹੇ ਨੇ, ਸਰੀਰ ਸਰੋਵਰ ਗੁਣ ਪ੍ਰਗਟ ਕੀਏ। ਇਹ ਸਰੀਰ ਇੱਕ ਤਰ੍ਹਾਂ ਨਾਲ ਸਰੋਵਰ ਹੈ, ਗੁਣਾਂ ਨਾਲ ਭਰਿਆ ਹੋਇਆ ਹੈ, ਪਰ ਉਹ ਗੁਣ ਪ੍ਰਗਟ ਨਹੀਂ ਹਨ, ਗੁਰੂ ਨੇ ਪ੍ਰਗਟ ਕੀਤੇ ਨੇ। ਨਾਨਕ ਗੁਰਮੁਖ ਮੱਥ ਤਤ ਕਢੀਏ। ਗੁਰੂ ਦੀ ਰਾਹੀਂ ਕੋਈ ਮਨੁੱਖ ਇਸ ਸਰੀਰ ਰੂਪ ਸਰੋਵਰ ਨੂੰ ਮੱਥ ਕੇ ਰਿੜਕ ਕੇ ਇਹਨਾਂ ਵਿੱਚੋਂ ਤਤ ਰੂਪ ਗੁਣਾਂ ਨੂੰ ਕੱਢ ਲੈਂਦੇ ਨੇ। ਸੋ ਗੁਣ ਸਾਡੇ ਅੰਦਰ ਹੀ ਹਨ, ਸਿਰਫ ਜ਼ਰੂਰਤ ਹੈ ਗੁਰੂ ਦੀ ਬਾਣੀ ਰਾਹੀਂ, ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਰਾਹੀਂ, ਵਾਹਿਗੁਰੂ ਦਾ ਭਜਨ ਕਰਕੇ, ਸਿਮਰਨ ਕਰਕੇ, ਉਹਦੇ ਗੁਣ ਗਾ ਗਾ ਕੇ ਸਾਡੇ ਅੰਦਰੋਂ ਗੁਣ ਪ੍ਰਗਟ ਹੋ ਜਾਣ, ਉਹ ਛਿਪੇ ਨਾ ਰਹਿਣ। ਸੋ ਗੁਰੂ ਜੀ ਸਾਨੂੰ ਇੱਥੇ ਹੀ ਸਮਝਾ ਰਹੇ ਨੇ, ਉਸ ਪੰਡਤ ਜੀ ਨਾਲ ਗੱਲ ਕਰਦਿਆਂ ਹੋਇਆਂ, ਕਿ ਜੇ ਅਸੀਂ ਅਨੇਕ ਭਾਂਤ ਦੇ ਕਰਮ ਕਾਂਡ ਕਰਦੇ ਰਹੀਏ, ਪਰਮਾਤਮਾ ਦੀ ਭਗਤੀ ਵਾਲੇ ਗੁਣ ਸਾਡੇ ਵਿੱਚ ਨਾ ਆਉਣ, ਤੇ ਅਸੀਂ ਜਮਪੁਰੀ ਤੋਂ ਛੁਟਕਾਰਾ ਹਾਸਲ ਨਹੀਂ ਕਰ ਸਕਦੇ। ਨਾ ਤਿਸ ਇਹ ਨਾ ਉਹ ਹੈ, ਅਵਗੁਣ ਫਿਰ ਪਛਤਾਹੇ। ਇਹੋ ਜਿਹਾ ਮਨੁੱਖ ਜਿਹੜਾ ਪ੍ਰਭੂ ਦੀ ਭਗਤੀ ਤੋਂ ਵਿਹੂਣਾ ਹੈ, ਜਿਹਦੇ ਅੰਦਰ ਰੱਬੀ ਗੁਣ ਨਹੀਂ ਆਏ, ਇਹੋ ਜਿਹੇ ਮਨੁੱਖ ਨੂੰ ਨਾ ਤਿਸ ਇਹ ਨਾ ਉਹ ਹੈ। ਇਹ ਤੇ ਉਹ ਤੋਂ ਭਾਵ ਏ ਲੋਕ ਤੇ ਪਰਲੋਕ। ਇਹ ਸ਼ਬਦ ਗੁਰਬਾਣੀ ਵਿੱਚ ਬਹੁਤ ਥਾਈਂ ਅਤੇ ਅਨੇਕ ਭਾਂਤ ਨਾਲ ਵਰਤਿਆ ਜਾਂਦਾ ਹੈ। ਜਿਵੇਂ ਮਿਸਾਲ ਦੇ ਤੌਰ ਤੇ ਆਗੈ ਪਾਛੈ, ਈਹਾਂ ਊਹਾਂ ਇਤਿਆਦਿਕ ਸ਼ਬਦ ਜਿਹੜੇ ਨੇ, ਲੋਕ ਪਰਲੋਕ, ਜਨਮ ਮਰਨ, ਸੋ ਇਸ ਤਰ੍ਹਾਂ ਇਹ ਸ਼ਬਦ ਜਿਹੜੇ ਨੇ ਇਹ ਵਰਤੇ ਜਾਂਦੇ ਨੇ। ਇੱਥੇ ਉਹ ਇਹ ਤੇ ਉਹ ਸ਼ਬਦ ਵਰਤਿਆ ਗਿਆ। ਇਹੋ ਜਿਹੇ ਮਨੁੱਖ ਦਾ, ਜਿਸ ਮਨੁੱਖ ਦੇ ਹਿਰਦੇ ਵਿੱਚ ਰੱਬੀ ਗੁਣ ਪ੍ਰਗਟ ਨਹੀਂ ਹੁੰਦੇ, ਨਾ ਉਹਦਾ ਇਹ ਲੋਕ ਸੰਵਰਦਾ ਹੈ ਤੇ ਨਾ ਉਹਦਾ ਪਰਲੋਕ ਸੰਵਰਦਾ ਹੈ। ਪਰਲੋਕ ਤੋਂ ਮਤਲਬ ਹੁੰਦਾ ਜਦੋਂ ਅਸੀਂ ਇਹ ਸਰੀਰ ਨੂੰ ਛੱਡ ਕੇ ਇਹ ਜੀਵ ਆਤਮਾ ਕਿਸੇ ਹੋਰ ਜਗ੍ਹਾ ਤੇ ਚਲੀ ਜਾਂਦੀ ਹੈ, ਭਾਵੇਂ ਉਹ ਉਸੇ ਹੀ ਘਰ ਵਿੱਚ ਹੋਵੇ, ਉਸੇ ਹੀ ਪਿੰਡ ਵਿੱਚ ਹੋਵੇ, ਉਸੇ ਹੀ ਸ਼ਹਿਰ ਵਿੱਚ ਹੋਵੇ, ਉਸੇ ਹੀ ਮੁਲਕ ਵਿੱਚ ਹੋਵੇ, ਉਸੇ ਹੀ ਪਲੈਨਟ ਤੇ ਹੋਵੇ, ਕਿਤੇ ਵੀ ਹੋਵੇ।
ਸੋ ਉਹ ਪਰਲੋਕ ਬਣ ਜਾਂਦਾ ਹੈ, ਦੂਸਰਾ ਲੋਕ ਉਹਦੇ ਲਈ ਬਣ ਜਾਂਦਾ ਹੈ। ਸੋ ਇਹੋ ਜਿਹੇ ਮਨੁੱਖ ਲਈ ਨਾ ਉਹਦਾ ਇਹ ਲੋਕ ਸੰਵਰਦਾ ਹੈ, ਨਾ ਉਹਦਾ ਆਉਣ ਵਾਲਾ ਜੀਵਨ ਤੇ ਉਸ ਤੋਂ ਅਗਲਾ ਸਮਾਂ ਸੰਵਰਦਾ ਹੈ। ਅਵਗੁਣ ਫਿਰ ਪਛਤਾਹੇ, ਔਗਣਾ ਵਿੱਚ ਪੈ ਕੇ ਇਹ ਜੀਵ ਫਿਰ ਪਛਤਾਵਾ ਕਰਦੇ ਰਹਿੰਦੇ ਹਨ, ਪਛਤਾਉਂਦੇ ਰਹਿੰਦੇ ਹਨ। ਭਾਵ ਜਿਵੇਂ ਜਨਮ ਹੋਇਆ ਹੈ ਤੇ ਇਸ ਜਨਮ ਵਿੱਚ ਅਸੀਂ ਦੁੱਖਾਂ ਤੇ ਸੁੱਖਾਂ ਦਾ ਸਾਹਮਣਾ ਕਰਦੇ ਹੀ ਹਾਂ। ਜੇ ਜ਼ਿੰਦਗੀ ਵਿੱਚ ਸੁੱਖ ਆਉਂਦੇ ਨੇ ਤੇ ਸਾਨੂੰ ਬਾਕੀ ਸਭ ਚੀਜ਼ਾਂ ਭੁੱਲ ਜਾਂਦੀਆਂ ਨੇ, ਸੁੱਖ ਨੂੰ ਮਾਣਦੇ ਰਹਿੰਦੇ ਹਾਂ। ਜੇ ਦੁੱਖ ਆਉਂਦੇ ਨੇ ਤੇ ਫਿਰ ਅਸੀਂ ਪਛਤਾਵੇ ਨਾਲ ਭਰ ਜਾਂਦੇ ਹਾਂ, ਜਾਂ ਉਹਨਾਂ ਦੁੱਖਾਂ ਦਾ ਸਾਹਮਣਾ ਕਰਦੇ ਹਾਂ, ਜਾਂ ਇਸ ਤਰ੍ਹਾਂ ਆਖ ਲਈਏ ਦੁਖੀ ਹੁੰਦੇ ਹਾਂ। ਇਹ ਦੁਖੀ ਕਿਉਂ ਹੋ ਰਹੇ ਹਾਂ? ਅਵਗੁਣਾ ਕਰਕੇ। ਸਾਡੇ ਕੋਲ ਉਹ ਚੰਗੇ ਗੁਣ ਨਹੀਂ ਹਨ ਜਿਹੜੇ ਪ੍ਰਮਾਤਮਾ ਵਾਲੇ ਨੇ। ਤੀਸਰੇ ਗੁਰੂਦੇਵ ਇਸ ਗੱਲ ਨੂੰ ਇਸ ਤਰ੍ਹਾਂ ਵਰਣਨ ਕਰਦੇ ਨੇ ਬਾਣੀ ਵਿੱਚ, ਪੰਨਾ ਨੰਬਰ 1092 ਤੇ। ਉਹ ਆਖਦੇ ਨੇ, ਲੋਕ ਅਵਗਨਾ ਕੀ ਬੰਨੈ ਗੰਠੜੀ, ਗੁਣ ਨਾ ਵਿਹਾਜੈ ਕੋਈ। ਦੁਖੀ ਕਿਉਂ ਹੋ ਰਹੇ ਨੇ? ਕਿਉਂਕਿ ਇਹਨਾਂ ਨੇ ਔਗਣਾ ਦੀਆਂ ਪੰਡਾਂ ਬੰਨੀਆਂ ਹੋਈਆਂ ਨੇ। ਗੁਣ ਨਾ ਵਿਹਾਜੈ ਕੋਈ, ਗੁਣਾਂ ਨੂੰ ਕੋਈ ਇਕੱਠਾ ਨਹੀਂ ਕਰਦਾ, ਗੁਣਾਂ ਨੂੰ ਕੋਈ ਸਿੰਚਦਾ ਨਹੀਂ, ਉਹਨਾਂ ਨੂੰ ਕੋਈ ਇਕੱਤਰਿਤ ਨਹੀਂ ਕਰਦਾ। ਤੇ ਗੁਣਾਂ ਤੋਂ ਬਿਨਾ ਜੋ ਕੁਝ ਸਾਡੇ ਪੱਲੇ ਹੁੰਦਾ ਹੈ ਉਹ ਔਗਣ ਹੁੰਦੇ ਨੇ, ਤੇ ਅਸੀਂ ਔਗਣਾਂ ਦੀ ਪੰਡ ਬੰਨ ਕੇ ਆਪਣੇ ਸਿਰ ਤੇ ਚੁੱਕੀ ਫਿਰਦੇ ਹਾਂ। ਇਸ ਕਰਕੇ ਅਸੀਂ ਸੰਸਾਰ ਵਿੱਚ ਦੁਖੀ ਰਹਿੰਦੇ ਹਾਂ। ਨਾ ਤਿਸ ਗਿਆਨ ਨਾ ਧਿਆਨ ਹੈ, ਨਾ ਤਿਸ ਧਰਮ ਧਿਆਨ। ਇੱਥੇ ਗਿਆਨ ਧਿਆਨ ਤੇ ਧਰਮ ਧਿਆਨ, ਇਹਨਾਂ ਦੀ ਗੱਲ ਥੋੜੀ ਸਮਝਣ ਵਾਲੀ ਹੈ ਕਿ ਇਹੋ ਜਿਹੇ ਮਨੁੱਖ ਲਈ, ਜਿਹੜਾ ਮਨੁੱਖ ਔਗਣਾ ਨਾਲ ਭਰਿਆ ਹੋਇਆ ਹੈ, ਜਿਸ ਨੇ ਗੁਣ ਸੰਗ੍ਰਹਿਤ ਨਹੀਂ ਕੀਤੇ, ਜ਼ਿੰਦਗੀ ਵਿੱਚ ਗੁਣ ਨਹੀਂ ਅਪਣਾਏ, ਚੰਗੇ ਕਰਮ ਨਹੀਂ ਕਰਦਾ, ਉਸ ਮਨੁੱਖ ਨੂੰ ਨਾ ਤਿਸ ਗਿਆਨ, ਨਾ ਰੱਬੀ ਗਿਆਨ ਹੈ, ਨਾ ਧਿਆਨ, ਅਤੇ ਨਾ ਹੀ ਉਸ ਨੂੰ ਇਹ ਸਮਝੇ ਕਿ ਉਸ ਪਰਮਾਤਮਾ ਦਾ ਧਿਆਨ ਕਿਵੇਂ ਕਰਨਾ। ਸੋ ਅਸੀਂ ਸਾਰੇ ਲੋਕ ਹੀ ਕੁਝ ਇਹੋ ਜਿਹੀ ਹਾਲਤ ਵਿੱਚੋਂ ਗੁਜ਼ਰ ਰਹੇ ਹਾਂ। ਭਾਵੇਂ ਸਾਨੂੰ ਗੁਰਬਾਣੀ ਵਿੱਚੋਂ ਜਰਾ ਕਿ ਜਿੰਨਾ ਗਿਆਨ ਤੇ ਪ੍ਰਾਪਤ ਹੋ ਗਿਆ ਹੈ ਕਿ ਅਸੀਂ ਜਨਮ ਮਰਨ ਦੇ ਗੇੜ ਵਿੱਚ ਪਏ ਹੋਏ ਹਾਂ, ਸਾਡੇ ਅੰਦਰ ਵਿਕਾਰ ਵੀ ਨੇ, ਸਾਡੇ ਜੀਵਨ ਦਾ ਲਕਸ਼ ਕੀ ਹੈ, ਉਸ ਲਕਸ਼ ਨੂੰ ਪੂਰਿਆਂ ਕਿਵੇਂ ਕੀਤਾ ਜਾ ਸਕਦਾ ਹੈ। ਗੁਰਬਾਣੀ ਵਿੱਚੋਂ ਛੋਟੀਆਂ-ਛੋਟੀਆਂ ਗੱਲਾਂ ਸਾਨੂੰ ਸਾਡੇ ਪੱਲੇ ਪਈਆਂ ਨੇ, ਪਰ ਧਿਆਨ ਕਿਵੇਂ ਜੋੜੀਏ ਉਸ ਪਰਮਾਤਮਾ ਵਿੱਚ? ਇੱਥੇ ਬਹੁਤ ਸਾਰੀ ਮਾਨਵਤਾ ਜਿਹੜੀ ਹੈ ਨਾ, ਉਹ ਭਟਕਣਾ ਵਿੱਚ ਪੈ ਜਾਂਦੀ ਜਾਂ ਦੁਚਿੱਤੀ ਵਿੱਚ ਪੈ ਜਾਂਦੀ ਹੈ। ਧਿਆਨ ਧਰਨ ਲਈ ਬਹੁਤ ਸਾਰੇ ਲੋਕ ਅਨੇਕ ਭਾਂਤ ਦੇ ਵੱਖ-ਵੱਖ ਸਾਧਨ ਅਪਣਾਉਂਦੇ ਨੇ। ਕੋਈ ਕਿਸੇ ਮੂਰਤੀ ਦਾ ਧਿਆਨ ਧਰਦਾ ਹੈ, ਕੋਈ ਕਿਸੇ ਮਹਾਂਪੁਰਸ਼ ਦਾ ਧਿਆਨ ਧਰਦਾ ਹੈ, ਕੋਈ ਕਿਸੇ ਸ਼ਬਦ ਯਾਨੀ ਅੱਖਰਾਂ ਦਾ ਧਿਆਨ ਧਰਦਾ ਹੈ, ਕੋਈ ਕਿਸੇ ਗੁਰੂ ਦਾ ਧਿਆਨ ਧਰਦਾ ਹੈ, ਕੋਈ ਦੀਵਾਰ ਉੱਤੇ ਬਿੰਦੂ ਬਣਾ ਕੇ ਨਿਸ਼ਾਨ ਲਗਾ ਕੇ ਉਹਦੇ ਉੱਤੇ ਟਿਕੀ ਲਗਾ ਕੇ ਉਹਦਾ ਧਿਆਨ ਧਰਦਾ ਹੈ। ਇੱਕ ਜੋਗੀਆਂ ਵਿੱਚ ਤਰਾਟਿਕ ਕਰਕੇ ਸਾਧਨ ਹੁੰਦਾ ਹੈ। ਸੂਰਜ ਵੱਲੇ ਅੱਖਾਂ ਹਰ ਵਕਤ ਲਗਾ ਕੇ ਰੱਖਣੀਆਂ, ਤੇ ਤੁਸੀਂ 2-4 ਸੈਕਿੰਡ ਲਈ ਵੇਖੋ ਸੂਰਜ ਵੱਲ ਤੇ ਤੁਹਾਡੀ ਨਿਗਾਹ ਚਲੀ ਜਾਂਦੀ ਹੈ। ਫਿਰ ਅੱਗੇ ਜਦੋਂ ਤੁਸੀਂ ਅੱਖਾਂ ਖੋਲੋਗੇ ਜਾਂ ਉਸ ਤੋਂ ਪਾਸੇ ਹਟਾਓਗੇ, ਹਨੇਰਾ ਹੀ ਹਨੇਰਾ ਨਜ਼ਰ ਆਉਂਦਾ, ਕੋਈ ਦਿਸਦਾ ਨਹੀਂ। ਉਹ ਇਸ ਤਰ੍ਹਾਂ ਉਹਦੇ ਵੱਲ ਅੱਖਾਂ ਚਮਕਣ ਤੋਂ ਬਿਨਾਂ, ਅੱਖਾਂ ਚਮਕਣ ਤੋਂ ਬਿਨਾਂ ਵੇਖਦੇ ਹੀ ਰਹਿੰਦੇ ਨੇ। ਤੇ ਜਦੋਂ ਅੱਖਾਂ ਉਹ ਸੂਰਜ ਤੋਂ ਪਾਸੇ ਕਰਦੇ ਨੇ ਤੇ ਉਹ ਸੂਰਜ ਦਾ ਹੀ ਪ੍ਰਤੀਬਿੰਬ ਉਹਨਾਂ ਦੇ ਦਿਮਾਗ ਵਿੱਚ ਬਣ ਜਾਂਦਾ ਹੈ। ਹੋਰ ਕੁਝ ਨਜ਼ਰ ਨਹੀਂ ਆ ਰਿਹਾ ਹੁੰਦਾ, ਉਹ ਸੂਰਜ ਹੀ ਇੱਥੇ ਜਿਵੇਂ ਆ ਗਿਆ ਹੋਵੇ, ਇਸ ਤਰ੍ਹਾਂ ਉਹਨਾਂ ਨੂੰ ਮਹਿਸੂਸ ਹੁੰਦਾ। ਫਿਰ ਉਹਦੇ ਉੱਤੇ ਉਹ ਧਿਆਨ ਟਿਕਾਉਂਦੇ ਨੇ। ਸੋ ਇਹ ਵੀ ਧਿਆਨ ਟਿਕਾਉਣ ਦਾ ਇੱਕ ਉਹਨਾਂ ਦਾ ਤਰੀਕਾ, ਯਾਨੀ ਧਿਆਨ ਟਿਕਾਉਣ ਦੇ ਬੜੇ ਤਰੀਕੇ ਨੇ, ਬੜੇ ਸਾਧਨ ਨੇ, ਔਰ ਵੱਖ-ਵੱਖ ਲੋਕਾਂ ਨੇ ਇਸ ਤਰ੍ਹਾਂ ਦੇ ਸਾਧਨ ਅਪਣਾਏ ਵੀ ਨੇ।
ਆਪਾਂ ਇਹ ਤੇ ਨਹੀਂ ਕਹਿੰਦੇ ਕਿ ਕਿਸੇ ਨੂੰ ਸਫਲਤਾ ਨਹੀਂ ਮਿਲੀ, ਹੋ ਸਕਦਾ ਕਿਸੇ ਨੂੰ ਸਫਲਤਾ ਮਿਲੀ ਵੀ ਹੋਵੇ, ਪਰ ਗੁਰਮਤਿ ਇਸ ਤਰ੍ਹਾਂ ਦੇ ਕਿਸੇ ਵੀ ਧਿਆਨ ਨਾਲ ਸਹਿਮਤ ਨਹੀਂ। ਗੁਰਮਤਿ ਵਾਹਿਗੁਰੂ ਜੀ ਦੇ ਗੁਣਾਂ ਦਾ ਧਿਆਨ ਕਰਨ ਲਈ ਆਖਦੀ ਹੈ। ਉਹਦੇ ਗੁਣ ਜਿਹੜੇ ਨੇ, ਜਿਹੜੇ ਦਇਆ, ਧਰਮ, ਸਤ, ਸੰਤੋਖ, ਸਹਿਜ ਆਦਿਕ, ਉਹਨਾਂ ਦਾ ਧਿਆਨ ਧਰਨਾ ਹੈ। ਤੇ ਧਿਆਨ ਧਰਨ ਤੋਂ ਭਾਵ ਇਹ ਵੀ ਨਹੀਂ ਕਿ ਅਸੀਂ ਉਹਨਾਂ ਗੁਣਾਂ ਵੱਲ ਕਿਤੇ ਵੇਖਣਾ ਹੈ ਉੱਥੇ ਲਿਖ ਕੇ ਕੰਧ ਉੱਤੇ, ਇਸ ਤਰ੍ਹਾਂ ਨਹੀਂ। ਸਗੋਂ ਧਿਆਨ ਧਰਨ ਤੋਂ ਮਤਲਬ ਹੈ ਕਿ ਕੀ ਇਹ ਸਾਰੇ ਗੁਣ ਮੇਰੇ 'ਚ ਹੈਗੇ ਨੇ ਕਿ ਨਹੀਂ। ਪਰ ਜੇ ਅਸੀਂ ਗੱਲ-ਗੱਲ ਤੇ ਹੰਕਾਰੀ ਹੋ ਰਹੇ ਹਾਂ, ਗੱਲ-ਗੱਲ ਤੇ ਕ੍ਰੋਧਵਾਨ ਹੋ ਰਹੇ ਹਾਂ, ਤੇ ਫਿਰ ਸਾਡੇ ਅੰਦਰੋਂ ਨਿਮਰਤਾ ਵੀ ਚਲੀ ਗਈ ਹੈ ਤੇ ਸਾਡੇ ਅੰਦਰੋਂ ਸ਼ਾਂਤੀ ਵੀ ਚਲੀ ਗਈ ਹੈ। ਬਸ ਇਹ ਧਿਆਨ ਧਰਨਾ ਹੈ ਆਪਣੇ ਅੰਦਰ ਕਿ ਕੀ ਉਹ ਔਗਣਾ ਕਰਕੇ ਮੇਰੇ ਅੰਦਰੋਂ ਚੰਗੇ ਗੁਣ ਚਲੇ ਤਾਂ ਨਹੀਂ ਗਏ ਕਿਤੇ। ਇਹ ਧਿਆਨ ਧਰਨਾ ਹੈ। ਜਿਵੇਂ ਅਸੀਂ ਵਾਹਿਗੁਰੂ ਜੀ ਦੇ ਇਹਨਾਂ ਗੁਣਾਂ ਦਾ ਧਿਆਨ ਧਰਾਂਗੇ, ਆਪਣੇ ਅੰਦਰ ਜ਼ਿੰਦਗੀ ਵਿੱਚ ਉਹਨਾਂ ਗੁਣਾਂ ਨੂੰ ਲੈ ਆਵਾਂਗੇ, ਤੇ ਫਿਰ ਗੁਰੂ ਜੀ ਨੇ ਲਿਖਿਆ ਹੋਇਆ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਕੋਈ। ਇਹਨਾਂ ਗੁਣਾਂ ਨੂੰ ਪ੍ਰਾਪਤ ਕਰਕੇ ਉਸ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਜੀ ਦੇ ਵਿੱਚ ਲੀਨ ਹੋਇਆ ਜਾ ਸਕਦਾ ਹੈ। ਸੋ ਇਹ ਹੈ ਧਿਆਨ ਧਰਨਾ ਗੁਰਮਤਿ ਦਾ। ਸੋ ਇਹੋ ਜਿਹਾ ਮਨੁੱਖ ਜਿਹਦੇ ਵਿੱਚ ਔਗਣ ਨੇ, ਨਾ ਤਿਸ ਗਿਆਨ ਨਾ ਧਿਆਨ ਹੈ, ਨਾ ਉਸ ਦੇ ਕੋਲ ਕੋਈ ਰੱਬੀ ਗਿਆਨ ਹੈ, ਨਾ ਉਸ ਨੂੰ ਧਿਆਨ ਧਰਨ ਦਾ ਕੋਈ ਸਾਧਨ ਜਾਂ ਢੰਗ ਤਰੀਕਾ ਪਤਾ ਹੈ, ਨਾ ਤਿਸ ਧਰਮ ਧਿਆਨ। ਧਰਮ ਅਤੇ ਧਿਆਨ ਦੋ ਚੀਜ਼ਾਂ ਫਿਰ ਇੱਥੇ ਆ ਗਈਆਂ। ਜਦੋਂ ਅਸੀਂ ਪਿੱਛੇ ਧਰਮ ਦੇ ਬਾਰੇ ਗੱਲ ਕੀਤੀ ਸੀ ਤੇ ਉਦੋਂ ਆਪਾਂ ਇਹ ਚੰਗੀ ਤਰ੍ਹਾਂ ਸਮਝ ਲਿਆ ਸੀ ਕਿ ਜਿਨ੍ਹਾਂ ਕੁਝ ਲੋਕਾਂ ਦੇ ਇਕੱਠ ਨੂੰ, ਸਮੂਹ ਨੂੰ ਅਸੀਂ ਇੱਕ ਨਾਂ ਦੇ ਲੈਂਦੇ ਹਾਂ, ਤੇ ਹੌਲੀ ਹੌਲੀ ਉਹ ਇੱਕ ਸਮੂਹ ਜਿਹੜਾ ਅੱਗੇ ਜਾ ਕੇ ਇੱਕ ਧਰਮ ਦਾ ਧਾਰਨੀ ਹੋ ਜਾਂਦਾ ਤੇ ਵੱਖਰੇ ਆਪਣੇ ਚਿਹਨ ਚੱਕਰ ਬਣਾ ਲੈਂਦਾ ਹੈ, ਉਸ ਨੂੰ ਧਰਮ ਨਹੀਂ ਆਖਦੇ, ਹੈ ਨਾ। ਉਹ ਸਾਡੀ ਇੱਕ ਜਥੇਬੰਦੀ ਏ, ਸਾਡੀ ਇੱਕ ਸੰਸਥਾ ਏ, ਉਹ ਸਾਡੀ ਜਥੇਬੰਦੀ ਜਾਂ ਸੰਸਥਾ ਦੇ ਅਸੀਂ ਕੁਝ ਨਿਯਮ ਬਣਾ ਲਏ ਨੇ। ਉਹਨਾਂ ਨਿਯਮਾਂ ਨੂੰ ਧਾਰਨ ਕਰਨਾ ਉਸ ਜਥੇਬੰਦੀ ਦੇ ਲੋਕਾਂ ਲਈ ਬੜਾ ਚੰਗਾ ਹੈ, ਜ਼ਰੂਰੀ ਹੈ, ਪਰ ਉਹ ਧਰਮ ਨਹੀਂ ਹੁੰਦਾ। ਧਰਮ ਸੁਭਾਅ ਨੂੰ ਆਖਦੇ ਨੇ। ਤੇ ਅਸੀਂ ਉਦਾਹਰਨ ਲਈ ਸੀ ਭਗਤ ਕਬੀਰ ਸਾਹਿਬ ਦੇ ਸ਼ਬਦਾਂ ਵਿੱਚੋਂ ਕਿ ਉਹ ਕਹਿ ਰਹੇ ਸੀ ਕਿ ਜਿਹੜੇ 5 ਤੱਤ ਨੇ, 5 ਤੱਤਾਂ ਦਾ ਜੋ ਸੁਭਾਅ ਹੈ, ਤੁਸੀਂ ਉਸ ਨੂੰ ਸਮਝ ਲਓ, ਫਿਰ ਧਰਮ ਨੂੰ ਸਮਝ ਪਾਓਗੇ। ਤੇ ਉੱਥੇ ਉਹਨਾਂ ਦੱਸਿਆ ਸੀ ਜਿਵੇਂ ਅੱਗ ਦਾ ਸੁਭਾਅ ਹੈ ਸੇਕ ਦੇਣਾ, ਸਾੜਨਾ, ਪਾਣੀ ਦਾ ਸੁਭਾਅ ਹੈ ਪਿਆਸ ਬੁਝਾਣੀ, ਸ਼ੀਤਲਤਾ, ਆਕਾਸ਼ ਦਾ ਸੁਭਾਅ ਹੈ ਵਿਸ਼ਾਲਤਾ। ਇਸ ਤਰ੍ਹਾਂ ਅਸੀਂ ਉਹ 5 ਗੁਣ ਸਮਝੇ ਸਨ। ਸੋ ਇਹ ਹੈ ਧਰਮ। ਇਹੋ ਜਿਹੇ ਮਨੁੱਖ ਕੋਲੇ ਧਰਮ ਵੀ ਨਹੀਂ, ਉਹਨੇ ਭਾਵੇਂ 5 ਕਕਾਰ ਵੀ ਕਿਉਂ ਨਾ ਪਾਏ ਹੋਣ, ਕਿਉਂ ਨਾ ਉਹਨੇ ਜਨੇਊ ਪਾਇਆ ਹੋਵੇ, ਕਿਉਂ ਨਾ ਉਹਨੇ ਚੋਟੀ ਰੱਖੀ ਹੋਵੇ, ਕਿਉਂ ਨਾ ਉਹ 5 ਵਕਤ ਦਾ ਨਮਾਜ਼ੀ ਹੋਵੇ, ਕਿਉਂ ਨਾ ਉਹ ਇਹ ਸਾਰੇ ਕਰਮ ਕਾਂਡ ਕਰਦਾ ਫਿਰਦਾ ਹੋਵੇ, ਪਰ ਜੇ ਉਹਦੇ ਵਿੱਚ ਇਹ ਸ਼ੁਭ ਗੁਣ ਨਹੀਂ ਆਏ ਨਾ, ਤੇ ਉਹਦਾ ਕੋਈ ਧਰਮ ਨਹੀਂ ਹੈ। ਫਿਰ ਧਿਆਨ ਦੁਬਾਰਾ ਆ ਗਿਆ। ਅਸੀਂ ਕਈ ਵਾਰੀ ਧਰਮ ਨੂੰ ਹੀ ਧਿਆਨ ਮੰਨ ਲੈਂਦੇ ਹਾਂ, ਜਾਂ ਧਰਮ ਨੂੰ ਧਿਆਨ ਟਿਕਾਉਣ ਦਾ ਇੱਕ ਸਾਧਨ ਮੰਨ ਲੈਂਦੇ ਹਾਂ। ਉਹ ਧਰਮ ਜਿਹੜੇ ਧਰਮ ਅਸੀਂ ਬਣਾਏ ਹੋਏ ਨੇ। ਸੋ ਗੁਰੂ ਸਾਹਿਬ ਸਾਨੂੰ ਇਹ ਸਮਝਾ ਰਹੇ ਨੇ ਇੱਥੇ ਕਿ ਇਹੋ ਜਿਹੇ ਮਨੁੱਖ ਨੂੰ ਨਾ ਰੱਬੀ ਗਿਆਨ ਹੈ, ਨਾ ਰੱਬੀ ਧਿਆਨ ਟਿਕਾਉਣ ਦਾ ਕੋਈ ਢੰਗ ਤਰੀਕਾ ਉਸ ਨੂੰ ਪਤਾ ਹੈ, ਨਾ ਹੀ ਉਹਦੇ ਕੋਲ ਰੱਬੀ ਧਰਮ ਹੈ, ਤੇ ਨਾ ਹੀ ਉਸ ਧਰਮ ਨੂੰ ਉਹਨੇ ਕਦੀ ਧਿਆਨ ਦਾ ਜ਼ਰੀਆ ਬਣਾਇਆ ਹੈ। ਸੋ ਇੱਥੇ ਸਾਨੂੰ ਇਹ ਗੱਲਾਂ ਸਮਝਾਈਆਂ ਜਾ ਰਹੀਆਂ ਨੇ ਕਿ ਧਰਮ ਸਾਡਾ ਜੋ ਪ੍ਰਭੂ ਦੇ ਗੁਣ ਹਨ, ਉਹਨਾਂ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰਨਾ ਹੀ ਸਾਡਾ ਧਰਮ ਹੈ, ਔਰ ਉਹਨਾਂ ਗੁਣਾਂ ਨੂੰ ਹੀ ਧਿਆਨ ਵਿੱਚ ਲਿਆਉਣਾ ਵਾਹਿਗੁਰੂ ਜੀ ਦਾ ਧਿਆਨ ਹੈ। ਪਰਮਾਤਮਾ ਨੂੰ ਸਮਝ ਕੇ ਜੀਵਨ ਵਿੱਚ ਉਹਨਾਂ ਗੁਣਾਂ ਨੂੰ ਅਪਣਾਉਣਾ, ਇਸ ਨੂੰ ਗਿਆਨ ਆਖਦੇ ਨੇ। ਸੋ ਇੱਥੇ ਇਸ ਪੰਕਤੀ ਵਿੱਚ ਸਾਰੇ ਜਿਹੜੇ ਮਸਲੇ ਨੇ ਗਿਆਨ, ਧਿਆਨ ਤੇ ਧਰਮ ਵਾਲੇ, ਉਹਨਾਂ ਦਾ ਹੱਲ ਗੁਰੂ ਜੀ ਨੇ ਦਿੱਤਾ ਹੋਇਆ। ਵਿਨ ਨਾਮੈ ਨਿਰਭਉ ਕਹਾਂ ਕਿਆ ਜਾਣਾ ਅਭਿਮਾਨ। ਅਭਿਮਾਨ ਦਾ ਮਤਲਬ ਇੱਥੇ ਅਹੰਕਾਰ ਹੀ ਹੈ।
ਹਉਮੈ। ਜੇ ਅਸੀਂ ਇਸ ਪੰਕਤੀ ਨੂੰ ਥੋੜਾ ਜਿਹਾ ਇਸ ਢੰਗ ਨਾਲ ਪੜ੍ਹ ਕੇ ਵੇਖੀਏ, ਕਿਆ ਜਾਣਾ ਨਿਰਭਉ ਕਹਾਂ ਵਿਨ ਨਾਵੇ ਅਭਿਮਾਨ, ਤੇ ਅਰਥ ਇੱਕਦਮ ਸਪਸ਼ਟ ਹੋ ਜਾਂਦਾ। ਮੈਨੂੰ ਇਸ ਤਰ੍ਹਾਂ ਹੀ ਸਮਝ ਰਿਹਾ ਸਾਂ ਅੱਜ ਨੂੰ ਨਾ ਸਵੇਰੇ। ਵਿਨ ਨਾਮ ਹੈ, ਇੱਥੇ ਵਿਸ਼ਰਾਮ ਲਗਾਓ। ਨਿਰਭਉ ਕਹਾਂ, ਇੱਥੇ ਵਿਸ਼ਰਾਮ ਲਗਾਓ। ਕਿਆ ਜਾਣਾ ਅਭਿਮਾਨ, ਤੇ ਹੁਣ ਇਹਨੂੰ ਇਸ ਤਰ੍ਹਾਂ ਕਰ ਲਈਏ, ਕਿਆ ਜਾਣਾ ਨਿਰਭਉ ਕਹਾਂ ਵਿਨ ਨਾਮੇ ਅਭਿਮਾਨ। ਜਿਸ ਮਨੁੱਖ ਦੇ ਹਿਰਦੇ ਵਿੱਚ ਅਹਮ ਹੈ, ਅਹੰਕਾਰ ਹੈ, ਉਹਨੂੰ ਇਹ ਸਮਝ ਨਹੀਂ ਆਉਂਦੀ ਕਿ ਨਿਰਭਉ ਪਰਮਾਤਮਾ ਕਿੱਥੇ ਵਸਦਾ ਹੈ। ਤੇ ਨਾਮ ਤੋਂ ਬਿਨਾਂ ਇਹ ਗੱਲ ਸਮਝ ਨਹੀਂ ਆ ਸਕਦੀ। ਬਿਨ ਨਾਮ ਹੈ ਇਹ ਗੱਲ ਸਮਝ ਵਿੱਚ ਨਹੀਂ ਆ ਸਕਦੀ ਕਿ ਪਰਮਾਤਮਾ ਕਿੱਥੇ ਵਸਦਾ ਹੈ। ਸੋ ਪਰਮਾਤਮਾ ਦਾ ਨਾਮ ਅਸੀਂ ਇਸ ਲਈ ਵੀ ਜਪਣਾ ਹੈ, ਇਸ ਲਈ ਨਹੀਂ ਜਪਣਾ ਕਿ ਪਰਮਾਤਮਾ ਨੂੰ ਆਪਣੀ ਉਸਤਤ ਕਰਾਉਣ ਦੀ ਭੁੱਖ ਪਈ ਹੋਈ ਹੈ, ਜਾਂ ਉਹ ਚਾਹੁੰਦਾ ਹੈ ਕਿ ਲੋਕ ਮੇਰੀ ਵਡਿਆਈ ਕਰਨ, ਮੇਰੀ ਉਸਤਤ ਕਰਨ। ਇਸ ਲਈ ਨਹੀਂ, ਸਗੋਂ ਇਸ ਲਈ ਜਪਣਾ ਹੈ ਕਿ ਅਸੀਂ ਆਪਣੇ ਆਪੇ ਨੂੰ ਸਮਝ ਪਾਈਏ। ਜਿਹੜੇ ਸਾਡੇ ਅੰਦਰ ਵਾਹਿਗੁਰੂ ਜੀ ਵਾਲੇ ਰੱਬੀ ਗੁਣ ਉਸ ਮਾਲਕ ਨੇ ਟਿਕਾਏ ਹੋਏ ਨੇ, ਕਿਉਂਕਿ ਆਪ ਅੰਦਰ ਹੋ, ਉਹਦੇ ਬਾਰੇ ਸਾਨੂੰ ਜਾਣਕਾਰੀ ਮਿਲ ਸਕੇ, ਉਹ ਗੁਣ ਅੰਦਰੋਂ ਪ੍ਰਗਟ ਹੋ ਸਕਣ, ਅਸੀਂ ਉਹਨਾਂ ਗੁਣਾਂ ਨੂੰ ਜ਼ਿੰਦਗੀ 'ਚ ਅਪਣਾ ਕੇ ਚੰਗੇ ਇਨਸਾਨ ਬਣ ਸਕੀਏ। ਤੇ ਜਿੰਨਾ ਚਿਰ ਅੰਦਰ ਅਭਿਮਾਨ ਟਿਕਿਆ ਰਹਿੰਦਾ, ਉਹਨਾਂ ਚਿਰ ਇਹ ਸਾਰੀਆਂ ਚੀਜ਼ਾਂ ਸਾਨੂੰ ਸਮਝ ਨਹੀਂ ਆਉਂਦੀਆਂ, ਕਿਉਂਕਿ ਅਹੰਕਾਰ ਦਾ ਇੱਕ ਬਹੁਤ ਮਜ਼ਬੂਤ ਤੇ ਵੱਡਾ ਮੋਟਾ ਪਰਦਾ ਹੈ ਸਾਡੇ ਦੌਰਾਨ। ਜਿਵੇਂ ਕੂੜੇ ਟੁੱਟੇ ਪਾਲ ਵਾਲੀ ਗੱਲ ਸੀ ਪਿੱਛੇ ਆਪਾਂ ਸਮਝੀ। ਸੋ ਇਹ ਅਹੰਕਾਰ ਦੀ, ਝੂਠ ਦੀ, ਇਹਨਾਂ ਵਿਕਾਰਾਂ ਦੀ ਹੀ ਸਾਡੇ ਤੇ ਮਾਲਕ ਦੇ ਦੌਰਾਨ ਇੱਕ ਦੀਵਾਰ ਖੜੀ ਹੋਈ। ਥਾਕ ਰਹੀ ਕੇਵੇ ਆਪਣਾ ਹਾਥ ਨਹੀਂ ਨਾ ਪਾਰ। ਹਾਥ ਦਾ ਮਤਲਬ ਹੈ ਅੰਤ, ਹਾਥ ਪਾ ਲੈਣਾ, ਅੰਤ ਪਾ ਲੈਣਾ, ਕਿਸੇ ਚੀਜ਼ ਦੀ ਗਹਿਰਾਈ ਤੱਕ ਚਲੇ ਜਾਣਾ, ਡੂੰਘਾਈ ਨੂੰ ਨਾਪ ਲੈਣਾ, ਹਾਥ ਪਾ ਲੈਣਾ ਹੁੰਦਾ ਹੈ। ਗੁਰੂ ਸਾਹਿਬ ਆਖਦੇ ਨੇ ਥਾਕ ਰਹੀ ਕੇਵੇ ਆਪਣਾ, ਆਪਣੇ ਆਪ ਨੂੰ ਸੰਬੋਧਨ ਕਰਦੇ ਨੇ। ਵੈਸੇ ਗੱਲ ਇੱਥੇ ਲੁਕਾਈ ਦੀ ਕੀਤੀ ਜਾ ਰਹੀ ਹੈ ਕਿ ਸਾਰੀ ਮਾਨਵਤਾ ਇਹ ਕਰਮ ਕਾਂਡ ਕਰ ਕਰਕੇ ਥੱਕ ਗਈ ਹੈ ਜਾਂ ਥੱਕ ਰਹੀ ਹੈ। ਕੇਵੇ ਆਪਣਾ, ਕਿਉਂਕਿ ਕਰਮ ਕਾਂਡ ਕਰ ਕਰਕੇ ਇਹ ਨਿਰਾਰਥਕ ਕਰਮ ਸਾਰੀ ਜ਼ਿੰਦਗੀ ਮਨੁੱਖ ਕਰਦਾ ਰਹਿੰਦਾ ਹੈ, ਤੇ ਕਰਦਾ ਕਰਦਾ ਥੱਕ ਜਾਂਦਾ ਹੈ, ਗੱਲ ਕੋਈ ਅੰਦਰੋਂ ਬਣਦੀ ਨਹੀਂ। ਫਿਰ ਪੁੱਛਦੀ ਹੈ ਜੀਵ ਰੂਪ ਇਸਤਰੀ ਕਿ ਆਪਣਾ ਮਾਲਕ ਤਾਈਂ ਕਿਵੇਂ ਪਹੁੰਚਿਆ ਜਾਏ। ਇਹ ਕਰਮ ਕਰ ਕਰਕੇ ਤੇ ਮੈਂ ਥੱਕ ਗਈ ਹਾਂ। ਬੜੇ ਪਾਠ ਕਰਵਾ ਲਏ ਨੇ, ਬੜੇ ਲੰਗਰ ਲਵਾ ਲਏ ਨੇ, ਬੜੀਆਂ ਪੂਜਾ ਭੇਟਾਂ ਦੇ ਦਿੱਤੀਆਂ ਨੇ ਧਰਮੀ ਲੋਕਾਂ ਨੂੰ, ਤੇ ਇਸ ਤਰ੍ਹਾਂ ਦੇ ਬੜੇ ਕਰਮ ਕਮਾ ਲਏ ਨੇ। ਨਹਾ ਵੀ ਬਹੁਤ ਲਿਆ ਤੀਰਥਾਂ ਵਿੱਚ। ਇਸ ਤਰ੍ਹਾਂ ਕੁਝ ਬਣ ਤੇ ਰਿਹਾ ਨਹੀਂ। ਹਾਥ ਨਹੀਂ ਨਾ ਪਾਰ, ਉਸ ਪਰਮਾਤਮਾ ਦਾ ਨਾਂ ਤੇ ਅੰਤ ਲੱਭਦਾ, ਨਾ ਉਹਦਾ ਕੋਈ ਪਾਰਾਵਾਰ ਪਾਇਆ ਜਾ ਸਕਦਾ। ਭਾਵ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ। ਬੜੇ ਕਰਮ ਕਮਾ ਕਮਾ ਕੇ ਮੈਂ ਤੇ ਥੱਕ ਗਈ ਹਾਂ, ਕਿਵੇਂ ਉਹਦੇ ਤੱਕ ਪਹੁੰਚ ਹੋਵੇ, ਇੱਥੇ ਸਵਾਲ ਹੈ। ਅੱਗੇ ਆਖਦੇ ਨੇ ਨਾ ਸਾਜਨ ਸੇ ਰੰਗੁਲੇ ਕਿਸ ਪੈ ਕਰੀ ਪੁਕਾਰ। ਸਾਜਨ ਰੰਗਲੇ ਦਾ ਮਤਲਬ ਇੱਥੇ ਆ ਸੰਗੀ ਸਾਥੀ, ਜਿਹੜੇ ਪ੍ਰਮਾਤਮਾ ਨੂੰ ਆਪ ਮਿਲੇ ਹੋਏ ਹੋਣ ਤੇ ਸਾਨੂੰ ਮਿਲਣ ਦੀ ਪ੍ਰੇਰਨਾ ਕਰਨ, ਜਾਂ ਉਹਦਾ ਰਸਤਾ ਦੱਸਣ, ਜਾਂ ਕਿਵੇਂ ਪੜਾਂ, ਕਿਵੇਂ ਉਹਦੇ ਤੱਕ ਪਹੁੰਚ ਹੋ ਸਕੇ, ਉਹ ਸਾਨੂੰ ਰਾਹ ਵਿਖਾਉਣ, ਹਨਾ। ਉਹਨਾਂ ਸੱਜਣਾਂ ਦੀ ਇੱਥੇ ਗੱਲ ਹੈ। ਨਾ ਹੀ ਇਹੋ ਜਿਹੇ ਕੋਈ ਸੱਜਣ ਮਿਲੇ ਨੇ ਜਿਹੜੇ ਉਸ ਪਰਮਾਤਮਾ ਵਿੱਚ ਰੰਗੇ ਹੋਏ ਹੋਣ। ਰੰਗਲੇ ਤੋਂ ਭਾਵੇਂ ਆ ਜਿਹੜੇ ਉਹਦੇ ਵਿੱਚ ਰੰਗੇ ਹੋਏ ਹੋਣ। ਕਿਸ ਪੈ ਕਰੀ ਪੁਕਾਰ, ਮੈਂ ਕਿਹਦੇ ਕੋਲ ਪੁਕਾਰ ਕਰਾਂ ਜਾ ਕੇ, ਕਿਹਨੂੰ ਆਖਾਂ ਕਿ ਮੈਨੂੰ ਕੋਈ ਚੰਗਾ ਰਾਹ ਵਿਖਾਓ, ਕਿਹਨੂੰ ਆਖਾਂ ਕਿ ਮੇਰੀ ਬਾਂਹ ਫੜੋ, ਮੈਂ ਵੀ ਇਸ ਭਵ ਸਾਗਰ ਤੋਂ ਪਾਰ ਲੰਘ ਜਾਵਾਂ, ਹਨਾ। ਸੋ ਹੁਣ ਅੱਗੇ ਇਹਦਾ ਹੱਲ ਵੀ ਦੱਸਿਆ। ਗੁਰਬਾਣੀ ਦੀ ਇਹ ਖੂਬੀ ਹੈ ਕਿ ਪ੍ਰਸ਼ਨ ਕਰਕੇ ਕਦੀ ਛੱਡਿਆ ਨਹੀਂ ਜਾਂਦਾ, ਉਹਨੂੰ ਉਹਦਾ ਹੱਲ ਜ਼ਰੂਰ ਦਿੱਤਾ ਜਾਂਦਾ ਹੈ। ਹੁਣ ਇਹਨਾਂ ਸਵਾਲਾਂ ਦਾ ਜਵਾਬ ਦਿੰਦੇ ਨੇ ਨਾਨਕ ਪ੍ਰਿਓ ਪ੍ਰਿਓ ਜੇ ਕਰੀ ਮੇਲੇ ਮੇਲਣ ਹਾਰ। ਜੇ ਮੈਂ
ਪ੍ਰਿਓ ਪ੍ਰਿਓ ਕਰਦੀ ਰਹਾਂ। ਭਾਵ ਇਹਦਾ ਮਤਲਬ ਹੈ ਕਿ ਜੇ ਮੈਂ ਉਹਦੇ ਨਾਮ ਦਾ ਉਚਾਰਨ ਕਰਦੀ ਰਹਾਂ, ਪ੍ਰਿਓ ਪ੍ਰਿਓ। ਅਸਲ 'ਚ ਇੱਕ ਪਪੀਹਾ ਜਾਨਵਰ ਹੁੰਦਾ ਹੈ ਜਿਹੜਾ ਪ੍ਰਿਓ ਪ੍ਰਿਓ ਦੀ ਆਵਾਜ਼ ਕਰਦਾ ਹੈ। ਆਕਾਸ਼ ਵਿੱਚ ਉਡਾਰੀਆਂ ਮਾਰਦਾ ਹੈ ਤੇ ਉਹ ਸਿਰਫ ਚਾਹ ਰਿਹਾ ਹੁੰਦਾ ਹੈ ਕਿ ਮੈਨੂੰ ਇੱਕ, ਮਹਾਂਪੁਰਸ਼ਾਂ ਨੇ ਸਵਾਂਤੀ ਬੂੰਦ ਲਿਖਿਆ ਹੁੰਦਾ, ਉਹ ਬੂੰਦ ਮੈਨੂੰ ਮਿਲ ਜਾਏ ਤੇ ਉਹਦੇ ਨਾਲ ਮੇਰੀ ਪਿਆਸ ਮਿਟ ਜਾਏ। ਤੇ ਆਖਦੇ ਨੇ ਜਿੰਨੇ ਮਰਜ਼ੀ ਸਰੋਵਰ ਪਾਣੀ ਦੇ ਭਰੇ ਹੋਣ, ਥੱਲੇ ਧਰਤੀ ਦੇ ਪਾਣੀ ਦਾ ਫਲੱਡ ਆਇਆ ਹੋਵੇ, ਉਹਦੀ ਪਿਆਸ ਨਹੀਂ ਬੁਝਾ ਸਕਦਾ ਇੰਨਾ ਵੱਡਾ ਪਾਣੀ। ਸਿਰਫ ਇੱਕ ਬੂੰਦ ਜਿਹੜੀ ਉਹਦਾ ਪਿਆਸ ਬੁਝਾ ਸਕਦੀ ਹੈ। ਸੋ ਪ੍ਰਿਓ ਪ੍ਰਿਓ ਕਰਨਾ ਇਹ ਪ੍ਰਤੀਕ ਹੈ ਉਸ ਪਪੀਹੇ ਤੋਂ ਲਿਆ ਹੋਇਆ ਕਿ ਜਿਵੇਂ ਉਹ ਇੱਕ ਸਵਾਂਤੀ ਬੂੰਦ ਲਈ ਰਾਤ ਦਿਨ ਆਕਾਸ਼ ਵਿੱਚ ਭੱਜਾ ਫਿਰਦਾ, ਉੱਚੀ ਉੱਚੀ ਪੁਕਾਰਦਾ ਰਹਿੰਦਾ ਹੈ, ਐ ਮਨੁੱਖ ਤੂੰ ਵੀ ਉਸ ਤਰ੍ਹਾਂ ਪੁਕਾਰ। ਤੁਸੀਂ ਇੱਕ ਕਿਤਾਬ ਸੁਣੀ ਪੜ੍ਹੀ ਹੋਈ ਸ਼ਾਇਦ, ਓਸ਼ੋ ਨੇ ਲਿਖੀ ਹੋਈ ਇੱਕ ਓਂਕਾਰ ਸਤਨਾਮ ਤੇ ਉਹ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ ਸੀ। ਮੈਂ ਸਾਰੀ ਨਹੀਂ ਪੜ੍ਹੀ, ਮੈਂ ਪਹਿਲੇ 2 ਪੇਜ ਪੜ੍ਹ ਕੇ ਰੱਖਤੀ। ਪਤਾ ਨਹੀਂ ਉਦੋਂ ਮਨ ਦੀ ਅਵਸਥਾ ਉਹੋ ਜਿਹੀ ਸੀ, ਹੁਣ ਬਦਲੀ ਹੈ, ਹੁਣ ਮੇਰਾ ਪੜ੍ਹਨ ਨੂੰ ਮਨ ਹੈ, ਹੁਣ ਮੈਂ ਪੜਾਂਗਾ। ਉਹਦੇ ਵਿੱਚ ਨਾ ਸ਼ੁਰੂ 'ਚ ਹੀ ਉਹਨਾਂ ਨੇ ਇੱਕ ਛੋਟੀ ਜੀ ਕਹਾਣੀ ਗੁਰੂ ਨਾਨਕ ਦੇਵ ਜੀ ਦੇ ਸੰਬੰਧ 'ਚ ਲਿਖੀ ਹੋਈ ਹੈ, ਮੈਂ ਉਹ ਤੁਹਾਨੂੰ ਦੱਸਣਾ ਚਾਹੁੰਦਾ। ਉਹ ਕਹਿੰਦੇ ਨੇ ਕਿ ਗੁਰੂ ਨਾਨਕ ਛੋਟੀ ਉਮਰ ਵਿੱਚ ਸਨ ਤੇ ਅੱਧੀ ਰਾਤ ਤੋਂ ਵੱਧ ਸਮਾਂ ਹੋ ਗਿਆ ਤੇ ਉਹ ਜੇ ਜਾਗ ਰਹੇ ਸਨ, ਉਹ ਆਰਾਮ ਲਈ ਆਪਣੇ ਬਿਸਤਰੇ ਤੇ ਗਏ ਹੀ ਨਹੀਂ। ਤੇ ਮਾਤਾ ਜੀ ਤੇ ਸੌਂ ਗਏ ਸਨ ਤੇ ਜਦੋਂ ਕਿਤੇ ਅੱਧੀ ਕੁ ਰਾਤ ਤੋਂ ਬਾਅਦ ਉਹਨਾਂ ਨੂੰ ਜਾਗ ਆਈ ਤੇ ਵੇਖਿਆ ਵੀ ਨਾਨਕ ਤੇ ਆਪਣੇ ਬਿਸਤਰੇ ਤੇ ਹੈ ਹੀ ਨਹੀਂ, ਉਹ ਤੇ ਵਿਹੜੇ 'ਚ ਤੁਰੇ ਫਿਰਦੇ ਨੇ ਜਾਂ ਅੱਗੇ ਪਿੱਛੇ ਉੱਧਰ ਆਧਰ ਨੇ ਕਿਤੇ, ਤੇ ਜਾਗਦੇ ਨੇ ਪਏ। ਤੇ ਆਵਾਜ਼ ਮਾਰੀ ਕਿ ਬੇਟਾ ਅੱਧੀ ਰਾਤ ਤੋਂ ਵੱਧ ਸਮਾਂ ਹੋ ਗਿਆ, ਸੌਂ ਜਾਣਾ ਚਾਹੀਦਾ ਹੈ, ਟਾਈਮ ਬਹੁਤ ਲੰਘ ਗਿਆ ਹੈ। ਤੇ ਅਚਾਨਕ ਉਸੇ ਹੀ ਵਕਤ ਜਦੋਂ ਇਹ ਗੱਲ ਹੋ ਰਹੀ ਹੈ, ਮਾਤਾ ਜੀ ਕਰ ਰਹੇ ਨੇ, ਤੇ ਉਹ ਆਕਾਸ਼ ਵਿੱਚ ਪ੍ਰਿਓ ਪ੍ਰਿਓ ਦੀ ਆਵਾਜ਼ ਉਹ ਪਪੀਹਾ ਕਰ ਰਿਹਾ ਸੀ। ਤੇ ਗੁਰੂ ਨਾਨਕ ਮਾਤਾ ਜੀ ਨੂੰ ਆਖਦੇ ਨੇ ਕਿ ਮਾਤਾ ਜੀ, ਉਹ ਜਿਹੜਾ ਉੱਤੇ ਜਾਨਵਰ ਬੋਲਦਾ ਆਕਾਸ਼ ਵਿੱਚ ਤੁਹਾਨੂੰ ਸੁਣਾਈ ਦਿੰਦਾ? ਕਹਿੰਦੀ ਹਾਂ, ਪਪੀਹਾ ਹੈ, ਪ੍ਰਿਓ ਪ੍ਰਿਓ ਕਰਦਾ ਪਿਆ। ਉਹ ਕਹਿੰਦੇ ਕਿਉਂ ਕਰਦਾ? ਤੇ ਮਾਤਾ ਜੀ ਕਹਿੰਦੇ ਨੇ ਵੀ ਉਹਨੂੰ ਇੱਕ ਬੂੰਦ ਚਾਹੀਦੀ ਹੈ, ਸਵਾਂਤੀ ਬੂੰਦ ਉਹਨੂੰ ਆਖਦੇ ਨੇ। ਉਹਦੇ ਲਈ ਉਹ ਪੁਕਾਰ ਕਰਦਾ ਰੱਬ ਅੱਗੇ ਕਿ ਪ੍ਰਮਾਤਮਾ ਮੇਰੇ ਤੇ ਮਿਹਰ ਕਰ, ਮੈਨੂੰ ਇੱਕ ਉਹ ਬੂੰਦ ਦੇ। ਤੇ ਉਹ ਕਹਿੰਦੇ ਮੈਂ ਤੇ ਉਹ ਸਾਗਰ ਵਿੱਚ ਸਮਾਉਣਾ, ਜੇ ਮੈਂ ਸੌਂ ਜਾਵਾਂ ਤੇ ਕਿਵੇਂ ਸਾਗਰ ਵਿੱਚ ਸਮਾਈ ਹੋਏਗੀ। ਇੱਕ ਬੂੰਦ ਦੀ ਜਿਸ ਨੂੰ ਜ਼ਰੂਰਤ ਹੈ ਉਹ ਸਾਰੀ ਰਾਤ ਜਾਗੇ, ਤੇ ਜਿਸ ਨੇ ਉਹ ਸਾਗਰ ਲੱਭਣਾ ਹੋਵੇ, ਸਾਗਰ ਵਿੱਚ ਸਮਾ ਜਾਣਾ ਹੋਵੇ, ਉਹ ਸੁੱਤਾ ਹੋਵੇ, ਇਹ ਕਿਵੇਂ ਹੋਏਗਾ? ਹੈ ਇਸ ਤਰ੍ਹਾਂ ਦੀ ਵਿਚਾਰ ਉਹ ਮੈਨੂੰ ਬੜੀ ਚੰਗੀ ਲੱਗੀ ਹੈ ਕਿ ਸਾਨੂੰ ਇਹ ਤੇ ਨਹੀਂ ਵੀ ਅਸੀਂ ਨੀਂਦ ਨਹੀਂ ਲੈਣੀ, ਉਹ ਨਹੀਂ ਮਤਲਬ ਇਹ ਹੈ ਕਿ ਜ਼ਿੰਦਗੀ ਦੀਆਂ ਹੋਰ ਚੀਜ਼ਾਂ ਨੂੰ ਅਸੀਂ ਪਹਿਲ ਦਿੰਦੇ ਹਾਂ ਤੇ ਇਸ ਪ੍ਰਭੂ ਦੇ ਸਿਮਰਨ ਨੂੰ ਅਸੀਂ ਪਹਿਲ ਦੇ ਆਧਾਰ ਤੇ ਨਹੀਂ ਲੈਂਦੇ। ਸੋ ਜੇ ਇਸ ਨੂੰ ਅਸੀਂ ਪਹਿਲ ਦੇ ਆਧਾਰ ਤੇ ਲਈਏ ਤਾਂ ਇਹਦਾ ਮਤਲਬ ਹੋਏਗਾ ਪ੍ਰਿਓ ਪ੍ਰਿਓ ਜੇ ਕਰੀ। ਜੇ ਮੈਂ ਪ੍ਰਮਾਤਮਾ ਦੇ ਨਾਮ ਸਿਮਰਨ ਨੂੰ ਆਪਣੇ ਜੀਵਨ ਵਿੱਚ ਪਹਿਲ ਦੇ ਆਧਾਰ ਤੇ ਲਵਾਂ ਤੇ ਉਸ ਮਾਲਕ ਦੇ ਨਾਮ ਦਾ ਸਿਮਰਨ ਹਰ ਵਕਤ ਕਰੀ ਜਾਵਾਂ ਜਿਵੇਂ ਉਹ ਪਪੀਹਾ ਕਰ ਰਿਹਾ ਹੈ। ਮੇਲੇ ਮਿਲਣਹਾਰ, ਉਹ ਪ੍ਰਮਾਤਮਾ ਮਿਲਣਹਾਰ ਜੋ ਹੈ ਉਹ ਆਪ ਹੀ ਆਪਣੇ ਨਾਲ ਮਿਲਾ ਲਏਗਾ। ਫਿਰ ਸਾਨੂੰ ਹੋਰ ਕਿਸੇ ਦੀ ਜ਼ਰੂਰਤ ਨਹੀਂ, ਕਿਸੇ ਵਿਚੋਲੇ ਦੀ, ਕਿਸੇ ਹੋਰ ਦੂਜੇ ਤੀਜੇ ਦੀ। ਸਾਨੂੰ ਗੁਰੂ ਦੀ ਲੋੜ ਹੈ ਨਾ, ਗੁਰੂ ਦੀ ਲੋੜ ਹੈ। ਆ ਗੁਰੂ ਸਾਨੂੰ ਕਹਿ ਰਿਹਾ ਹੈ, ਆ ਸਾਨੂੰ ਗੁਰੂ ਦੱਸ ਰਿਹਾ, ਬਸ ਇਹੋ ਹੀ ਜ਼ਰੂਰਤ ਹੈ ਸਾਨੂੰ ਗੁਰੂ ਦੀ। ਔਰ ਗੁਰੂ ਦਾ ਕੋਈ ਸਰੀਰ ਨਹੀਂ ਕਿ ਸਾਡੇ ਸਾਹਮਣੇ ਹੋਵੇ ਤੇ ਅਸੀਂ ਉਹਦੇ ਪੈਰ ਧੋਈਏ ਤੇ ਅਸੀਂ ਉਹਨੂੰ ਕੱਪੜੇ ਦਈਏ ਤੇ ਅਸੀਂ ਉਹਨੂੰ ਭੋਜਨ ਛਕਾਈਏ। ਲੋਕੀ ਕਰਦੇ ਨੇ। ਇੱਕ ਦਿਨ ਨਾ ਇੱਥੇ ਇੱਕ ਪਰਿਵਾਰ ਦਾ ਛੋਟਾ ਜਿਹਾ ਫੰਕਸ਼ਨ ਸੀ, ਸਿੰਧੀ ਪਰਿਵਾਰ ਸੀ, ਤੇ ਉਹਨਾਂ ਦਾ ਆਪਣੀ ਮਰਿਆਦਾਵਾਂ ਨੇ, ਆਪਣੀਆਂ ਪਰੰਪਰਾਵਾਂ ਨੇ, ਤੇ ਅਸੀਂ ਲੰਗਰ ਛਕਦੇ ਸਾਂ ਪਏ ਤੇ ਉਹਨਾਂ ਦੇ ਬਜ਼ੁਰਗ ਮਾਤਾ ਜੀ मेरे को आए थे, आखने लगे ज्ञानी जी हम तो जो हमारे महाराज जी होते हैं उनके चरण धोते हैं, तो हम आपके चरण धोना चाह रहे हैं। मैं उन्होंने बेनती की थी, मैं माता जी मैं तुहाडे बच्चों वर्गा, ये तो काम मैनू करना चाहिए कि मैं तुहाडे चरण धोवां,
ਤੁਸੀਂ ਮੇਰੇ ਚਰਨ ਕਿਉਂ ਧੋਵੋਗੇ, ਮੈਂ ਤਾਂ ਤੁਹਾਡੇ ਬੱਚਿਆਂ ਜਿਹਾ ਵਾਂ। ਤੇ ਉਹ ਸਮਝ ਗਏ। ਤੇ ਮੈਂ ਨਾਲ ਉਹਨਾਂ ਨੂੰ ਇਹ ਵੀ ਆਖਿਆ ਕਿ ਸਿੱਖੀ ਵਿੱਚ ਇਸ ਤਰ੍ਹਾਂ ਦੀ ਕੋਈ ਮਰਿਆਦਾ ਜਾਂ ਕੋਈ ਪਰੰਪਰਾ ਨਹੀਂ ਕਿਸੇ ਦੇ ਪੈਰ ਧੋਤੇ ਜਾਣ ਜਾਂ ਕੁਝ। ਅਸੀਂ ਸਾਰੇ ਇੱਕੋ ਜਿਹੇ ਹਾਂ, ਕੋਈ ਸਾਡੇ 'ਚ ਮਹਾਰਾਜ ਨਹੀਂ, ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ, ਆਪਾਂ ਸਭ ਇੱਕੋ ਜਿਹੇ ਹਾਂ। ਤੇ ਅਸੀਂ ਅਸਲ 'ਚ ਗੁਰੂ ਇਹੋ ਜਿਹਾ ਲੱਭਦੇ ਹਾਂ ਕਿ ਜਿਹਦੇ ਅਸੀਂ ਪੈਰ ਧੋ ਸਕੀਏ, ਜਿਹਦੇ ਨਾਲ ਗੱਲਬਾਤ ਕਰ ਸਕੀਏ, ਜਿਹਨੂੰ ਸੋਹਣੇ ਜਿਹੇ ਬਸਤਰ ਲਿਆ ਕੇ ਦਈਏ ਤੇ ਉਹ ਮਹਾਰਾਜ ਜੀ ਪਾ ਕੇ ਬੈਠਣ ਤੇ ਅਸੀਂ ਹੰਕਾਰ ਨਾਲ ਫੁੱਲ ਜਾਈਏ ਕਿ ਸਾਡੇ ਕੱਪੜੇ ਸਾਡੇ ਮਹਾਰਾਜ ਨੇ ਪਾਏ ਨੇ ਅੱਜ, ਹਨਾ। ਅਸੀਂ ਕੁਝ ਇਹੋ ਜਿਹਾ ਗੁਰੂ ਲੱਭਦੇ ਹਾਂ। ਅਸਲ 'ਚ ਆ ਗੁਰੂ ਏ। ਗੁਰੂ ਸਾਨੂੰ ਕਹਿ ਰਿਹਾ ਪ੍ਰਿਓ ਪ੍ਰਿਓ ਜੇ ਕਰੀ, ਵੀ ਇਹ ਮਨੁੱਖ ਜੇ ਤੂੰ ਪ੍ਰਮਾਤਮਾ ਦੀ ਭਗਤੀ ਹਰ ਵਕਤ ਉਸ ਪਪੀਹੇ ਦੀ ਤਰ੍ਹਾਂ ਪੁਕਾਰ ਪੁਕਾਰ ਕੇ ਕਰੇ ਤੇ ਤੈਨੂੰ ਹੋਰ ਕਿਸੇ ਵਿਚੋਲੇ ਦੀ ਫਿਰ ਲੋੜ ਨਹੀਂ। ਮੇਲੇ ਮਿਲਣ ਹਰ ਮਾਲਕ ਆਪ ਹੀ ਤੈਨੂੰ ਆਪਣੇ ਨਾਲ ਮਿਲਾ ਲਵੇਗਾ। ਜਿਨ ਵਿਛੋੜੀ ਸੋ ਮੇਲ ਸੀ, ਜੇ ਤੂੰ ਪ੍ਰਿਓ ਪ੍ਰਿਓ ਕਰਦਾ ਰਹੇਗਾ ਭਾਈ, ਜਿਸ ਮਾਲਕ ਨੇ ਕਿਸੇ ਕਾਰਨ ਤੈਨੂੰ ਉਹਦੇ ਨਾਲੋਂ ਵੱਖ ਕਰ ਦਿੱਤਾ ਹੋਇਆ, ਉਹ ਆਪੇ ਹੀ ਮਿਲਾ ਲਏਗਾ। ਗੁਰ ਕੈ ਹੇਤ ਅਪਾਰ, ਗੁਰੂ ਦੇ ਬੇਅੰਤ ਪਿਆਰ ਦੀ ਰਾਹੀਂ। ਗੁਰੂ ਦਾ ਪਿਆਰ ਕੀ ਹੈ? ਫਿਰ ਉਹੀ ਗੱਲ ਹੈ ਕਿ ਅਸੀਂ ਚਾਹ ਰਹੇ ਹਾਂ ਕਿ ਸਰੀਰ ਕੋਈ ਹੋਵੇ ਤੇ ਅਸੀਂ ਉਹਨੂੰ ਪਿਆਰ ਕਰੀਏ, ਹਨਾ। ਜਦੋਂ ਲੰਮਾ ਪੈਣ ਲੱਗੇ, ਸੌਣ ਲੱਗੇ, ਅਸੀਂ ਉਹਦੇ ਚਰਨ ਦਬਾਈਏ, ਅਸੀਂ ਉਹਨੂੰ ਪੱਖਾ ਝੱਲੀਏ ਤੇ ਪਿਆਰ ਜਤਾਈਏ। ਅਸਲ 'ਚ ਗੁਰੂ ਦੇ ਬਚਨਾਂ ਨੂੰ ਮੰਨ ਲੈਣਾ ਗੁਰੂ ਨਾਲ ਪਿਆਰ ਹੈ, ਹਨਾ। ਇੱਥੇ ਲਿਖਿਆ ਹੋਇਆ ਹੈ ਗੁਰੂ ਸਾਹਿਬ ਨੇ ਨਾ, ਤੀਜੇ ਪਾਤਸ਼ਾਹ ਨੇ ਬਾਣੀ ਵਿੱਚ, ਇਹ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ। ਇਹ ਹੈ ਪਿਆਰ ਗੁਰੂ ਦੇ ਨਾਲ। ਇਸ ਮਨ ਨੂੰ ਤੇ ਇਸ ਦੇਹ ਨੂੰ ਸੋਧ, ਭਾਵ ਇਹਦੇ 'ਚ ਗੁਣ ਧਾਰਨ ਕਰ, ਔਗਣਾਂ ਦਾ ਤਿਆਗ ਕਰ। ਇਹਨੂੰ ਸੋਧ, ਮਨ ਨੂੰ ਵੀ ਸੋਧ ਤੇ ਦੇਹ ਨੂੰ ਵੀ ਸੋਧ। ਤੇ ਸੋਧਣਾ ਕਿਵੇਂ? ਗੁਰ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ। ਜਿਵੇਂ ਅਸੀਂ ਹੁਣ ਸੋਧ ਰਹੇ ਹਾਂ, ਸਮਝ ਰਹੇ ਹਾਂ ਕਿ ਗੁਰੂ ਜੀ ਸਾਨੂੰ ਕਹਿ ਰਹੇ ਨੇ ਕਿ ਜੇ ਤੂੰ ਰਾਤ ਦਿਨ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਪਪੀਹੇ ਦੀ ਤਰ੍ਹਾਂ ਪੁਕਾਰ ਪੁਕਾਰ ਕੇ ਕਰੇ ਤੇ ਇਹ ਗੁਰੂ ਦਾ ਵੱਡਾ ਪਿਆਰ ਹੋਏਗਾ। ਤੂੰ ਗੁਰੂ ਨੂੰ ਬਹੁਤ ਪਿਆਰ ਕਰ ਰਿਹਾ ਹੋਏਗਾ ਕਿਉਂਕਿ ਤੂੰ ਗੁਰੂ ਦੇ ਬਚਨ ਨੂੰ ਮੰਨ ਰਿਹਾ ਹੈ। ਫਿਰ ਗੁਰੂ ਜੀ ਨੇ ਆਖਿਆ, ਨਾਨਕ ਇਸ ਦੇਹੀ ਵਿੱਚ ਨਾਮ ਨਿਦਾਨ ਹੈ, ਪਾਈਐ ਗੁਰ ਕੈ ਹੇਤ ਅਪਾਰ। ਇਸ ਦੇਹੀ ਦੇ ਵਿੱਚ ਹੀ ਪਰਮੇਸ਼ਵਰ ਦਾ ਨਾਮ ਹੈ, ਇਸ ਦੇਹੀ ਦੇ ਵਿੱਚ ਹੀ ਪਰਮੇਸ਼ਵਰ ਦੇ ਗੁਣ ਹਨ, ਕਿਉਂਕਿ ਪਰਮੇਸ਼ਵਰ ਆਪ ਹੀ ਦੇਹੀ ਵਿੱਚ ਬੈਠਾ ਹੋਇਆ ਹੈ। ਸੋ ਜੇ ਅਸੀਂ ਗੁਰੂ ਨੂੰ ਪਿਆਰ ਕਰੀਏ ਤੇ ਗੁਰੂ ਦੇ ਸਰੀਰ ਨੂੰ ਨਹੀਂ ਕਰਨਾ, ਕਿਉਂਕਿ ਸਰੀਰ ਮੌਜੂਦ ਨਹੀਂ ਹੈ ਹੁਣ ਸਾਡੇ ਕੋਲ, ਗੁਰੂ ਦੇ ਬਚਨਾਂ ਨੂੰ ਪਿਆਰ ਕਰਨਾ, ਸ਼ਬਦ ਵਿਚਾਰ ਰਾਹੀਂ ਗੁਰੂ ਨੂੰ ਪਿਆਰ ਕਰਕੇ ਜੇ ਅਸੀਂ ਸ਼ਬਦ ਦੀ ਕਮਾਈ ਕਰੀਏ ਤੇ ਮੇਲਨਹਾਰ ਫਿਰ ਆਪੇ ਹੀ ਮੇਲ ਲਏਗਾ। ਫਿਰ ਸਾਨੂੰ ਹੋਰ ਕਿਸੇ ਵਿੱਚ ਵਿਚੋਲੇ ਦੀ ਜ਼ਰੂਰਤ ਨਾ ਰਹੇਗੀ। ਸੋ ਪੌੜੀ ਨੰਬਰ 37 ਵਿੱਚ ਗੁਰੂ ਜੀ ਸਾਨੂੰ ਤੇ ਉਸ ਪੰਡਿਤ ਜੀ ਨੂੰ ਗੱਲ ਇਹ ਸਮਝਾ ਰਹੇ ਨੇ ਕਿ ਭਾਈ ਪਰਮੇਸ਼ਵਰ ਦੇ ਗੁਣ ਧਾਰਨ ਕਰਨ ਤੋਂ ਬਿਨਾਂ ਅਸੀਂ ਜਮਪੁਰੀ ਵਿੱਚ ਜਾਵਾਂਗੇ, ਔਗਣਾਂ ਵਿੱਚ ਪੈ ਕੇ ਸਾਨੂੰ ਪਛਤਾਵਾ ਕਰਨਾ ਪਏਗਾ। ਨਾ ਸਾਨੂੰ ਰੱਬੀ ਗਿਆਨ ਹਾਸਲ ਹੋਏਗਾ, ਨਾ ਹੀ ਰੱਬ ਦੇ ਨਾਲ ਅਸੀਂ ਆਪਣਾ ਧਿਆਨ ਕਿਵੇਂ ਜੋੜੀਏ ਉਹ ਪਤਾ ਲੱਗੇਗਾ, ਨਾ ਹੀ ਸਾਨੂੰ ਸੱਚੇ ਧਰਮ ਦਾ ਕੋਈ ਸਮਝ ਹੋਏਗੀ, ਨਾ ਗਿਆਨ ਹੋਏਗਾ। ਸੋ ਅਹੰਕਾਰ ਦੇ ਵਿੱਚ ਸਾਨੂੰ ਇਹ ਵੀ ਨਹੀਂ ਪਤਾ ਲੱਗਣਾ ਕਿ ਪ੍ਰਮਾਤਮਾ ਕਿੱਥੇ ਹੈ। ਸੋ ਕਰਮਕਾਂਡ ਕਰਦੇ ਕਰਦੇ ਅਸੀਂ ਥੱਕ ਜਾਵਾਂਗੇ, ਹੱਥ ਪੱਲੇ ਕੁਝ ਵੀ ਨਹੀਂ ਪਏਗਾ। ਸੋ ਕੀ ਕਰੀਏ? ਪ੍ਰਿਓ ਪ੍ਰਿਓ ਜੇ ਕਰੀ, ਰਾਤ ਦਿਨੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰੀਏ, ਉਹ ਮਾਲਕ ਆਪ ਹੀ ਸਾਨੂੰ ਆਪਣੇ ਨਾਲ ਮਿਲਾ ਲਵੇਗਾ। ਸੋ ਪੌੜੀ ਨੰਬਰ 38 ਵਿੱਚ ਗੁਰੂ ਜੀ ਨੇ ਪੌੜੀ ਨੰਬਰ 37 ਵਿੱਚ ਔਗਣਾਂ ਦੀ ਗੱਲ ਕੀਤੀ ਤੇ 38 ਵਿੱਚ ਆਖਦੇ ਨੇ ਪਾਪ ਵੀ ਇੱਕ ਔਗਣ ਹੀ ਹੈ ਨਾ। ਸੋ ਇਹ ਅਸਲ 'ਚ ਮੁੱਢਲੇ ਰੂਪ ਵਿੱਚ ਇੱਥੇ ਵੀ ਗੱਲ ਔਗਣਾਂ ਦੀ ਹੀ ਕੀਤੀ ਜਾ ਰਹੀ ਹੈ। ਉਹ ਆਖਦੇ ਨੇ ਪਾਪ ਬੁਰਾ, ਪਾਪੀ ਕੋ ਪਿਆਰਾ। ਪਾਪ ਹੈ ਤੇ ਬੜਾ ਮਾੜਾ, ਤੇ ਪਾਪ ਹੈ ਕੀ ਏ? ਉਹ ਕੋਈ ਵੀ ਕਰਮ ਜਿਹੜਾ ਕਰਮ ਕੀਤਿਆਂ ਕਿਸੇ ਦੂਜੇ ਦਾ ਦਿਲ ਦੁਖਦਾ ਹੋਵੇ
ਕਿਸੇ ਦੂਜੇ ਦਾ ਨੁਕਸਾਨ ਹੁੰਦਾ ਹੋਵੇ, ਕਿਸੇ ਦੂਜੇ ਉੱਤੇ ਬੁਰਾ ਪ੍ਰਭਾਵ ਪੈਂਦਾ ਹੋਵੇ, ਇਹੋ ਜਿਹੇ ਸਾਰੇ ਹੀ ਕਰਮ ਪਾਪ ਕਰਮ ਖਵਾਉਂਦੇ ਨੇ। ਸੋ ਮੁੱਢਲੇ ਰੂਪ ਵਿੱਚ ਅਸੀਂ ਜੇ ਇਸ ਤਰ੍ਹਾਂ ਹੀ ਧਿਆਨ ਰੱਖੀਏ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਕਦੇ ਵੀ, ਇਹ ਸਭ ਤੋਂ ਵੱਡਾ ਪਾਪ ਹੈ। ਕਿਉਂਕਿ ਜੋ ਤੋ ਪਿਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ, ਪਰਮਾਤਮਾ ਅੰਦਰ ਵਸਦਾ ਹੈ, ਦਿਲ ਵਿੱਚ ਵਸਦਾ ਹੈ, ਤੂੰ ਉਸੇ ਦਿਲ ਨੂੰ ਹੀ ਤੋੜ ਰਿਹਾ ਹੈ ਤੇ ਫਿਰ ਪਰਮਾਤਮਾ ਨਾਲ ਮਿਲਾਪ ਕਿਵੇਂ ਹੋਏਗਾ? ਇਹ ਸਭ ਤੋਂ ਵੱਡਾ ਪਾਪ ਹੈ। ਦੇਖੋ ਕਹਾਵਤ ਜਿਹੀ ਹੈ ਬਣੀ ਹੋਈ ਕਿ ਮੰਦਰ ਢਾਹ ਦੇ, ਮਸਜਿਦ ਢਾਹ ਦੇ ਜੋ ਕੁਛ ਢਹਿੰਦਾ, ਪਰ ਕਿਸੇ ਦਾ ਦਿਲ ਨਾ ਢਾਈ, ਦਿਲ ਵਿੱਚ ਦਿਲ ਭਰ ਰਹਿੰਦਾ, ਹਨਾ। ਇਸ ਤਰ੍ਹਾਂ ਦੀ ਉਹ ਕਹਾਵਤ ਬਣੀ ਹੋਈ ਹੈ, ਹਨਾ। ਬਹੁਤ ਸੋਹਣੀ ਹੈ ਕਹਾਵਤ ਕਿ ਤੂੰ ਜੋ ਮਰਜ਼ੀ ਸੰਸਾਰ ਵਿੱਚ ਕਰਦਾ ਹੈ ਪਰ ਕਿਸੇ ਦਾ ਦਿਲ ਨਾ ਤੋੜੀ। ਜੇ ਦਿਲ ਨਾ ਤੋੜੀ ਤੇ ਫਿਰ ਕਿਉਂ ਕਿਸੇ ਦਾ ਮੰਦਰ ਢਾਵਾਂਗੇ? ਕਿਉਂ ਕਿਸੇ ਦੇ ਅਕਾਲ ਤਖਤ ਤੇ ਅਟੈਕ ਕਰਾਂਗੇ? ਕਿਉਂ ਕਿਸੇ ਦੇ ਮਸਜਿਦ ਨੂੰ ਤੋੜਾਂਗੇ? ਕਿਉਂ ਮਸਜਿਦ ਵਿੱਚ ਨਮਾਜ਼ ਪੜ੍ਹਦਿਆਂ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰਾਂਗੇ, ਹੈਨਾ? ਫਿਰ ਇਹ ਸਭ ਕੁਝ ਹੀ ਨਹੀਂ ਕਰਾਂਗੇ। ਅਸੀਂ ਦਿਲ ਦੀ ਸਾਨੂੰ ਖਬਰ ਹੀ ਨਹੀਂ ਅਸਲ 'ਚ ਕਿ ਦਿਲ ਵਿੱਚ ਦਿਲਬਰ ਰਹਿੰਦਾ ਹੈ ਤੇ ਅਸੀਂ ਦਿਲ ਤੋੜ ਰਹੇ ਹਾਂ ਲੋਕਾਂ ਦਾ। ਕਿਵੇਂ ਲੋਕਾਂ ਦੇ ਧਰਮਾਂ ਤੇ ਅਟੈਕ ਹੋ ਰਹੇ ਨੇ, ਕਿਵੇਂ ਲੋਕਾਂ ਦੇ ਅਕੀਦੇ ਨੂੰ ਤੋੜਿਆ ਜਾ ਰਿਹਾ ਹੈ, ਕਿਵੇਂ ਨਿਰਦੋਸ਼ ਲੋਕਾਂ ਦੀਆਂ ਹੱਤਿਆਵਾਂ ਕੀਤੀਆਂ ਜਾ ਰਹੀਆਂ ਨੇ। ਇਹ ਸਭ ਕਦੋਂ ਅਸੀਂ ਸਮਝਾਂਗੇ? ਸਾਰਾ ਪਾਪ ਹੈ ਔਰ ਇਹ ਪਾਪ ਬੁਰਾ ਹੈ, ਇਹ ਚੰਗਾ ਨਹੀਂ ਹੈ। ਇਹਦੇ ਕਾਰਨ ਅਸੀਂ ਜਮਪੁਰੀ ਨੂੰ ਚਲੇ ਜਾਵਾਂਗੇ। ਪਰ ਇਹ ਪਾਪ ਹੈ ਤਾਂ ਪਾਪ, ਪਰ ਪਾਪੀ ਕੋ ਪਿਆਰਾ। ਜਿਹੜੇ ਲੋਕ ਇਸ ਤਰ੍ਹਾਂ ਦੇ ਕਰਮ ਕਰਨ ਵਾਲੇ ਨੇ ਜਾਂ ਜਿਨ੍ਹਾਂ ਦਾ ਸੁਭਾਅ ਬਣ ਗਿਆ, ਉਹਨਾਂ ਨੂੰ ਇਹ ਚੀਜ਼ਾਂ ਪਿਆਰੀਆਂ ਲੱਗਦੀਆਂ ਨੇ, ਚੰਗੀਆਂ ਲੱਗਦੀਆਂ ਨੇ। ਕਿਸੇ ਦਾ ਦਿਲ ਦੁਖਾ ਕੇ ਉਹ ਬੜੇ ਰਾਜ਼ੀ ਹੁੰਦੇ ਨੇ। ਇੱਕ ਮੁਗਲ ਬਾਦਸ਼ਾਹ ਸੀ ਜਿਹੜਾ ਕਬੀਰ ਸਾਹਿਬ ਦੇ ਵੇਲੇ ਹੋਇਆ। ਉਹ ਲੋਕਾਂ ਨੂੰ ਜਦੋਂ ਸਜ਼ਾ ਦਿੰਦਾ ਸੀ ਨਾ, ਉਹ ਇਸ ਤਰ੍ਹਾਂ ਦੀ ਸਜ਼ਾ ਦਿੰਦਾ ਹੁੰਦਾ ਸੀ ਕਿ ਇੱਕ ਹਾਥੀ ਲਿਆਉਣਾ ਤੇ ਜਿਹਨੂੰ ਸਜ਼ਾ ਦੇਣੀ ਹੈ ਉਹਨੂੰ ਖੜਾ ਕਰਨਾ ਤੇ ਹਾਥੀ ਨੂੰ ਇਸ਼ਾਰਾ ਕਰਨਾ ਕਿ ਉਹਨੂੰ ਲੱਤ ਤੋਂ ਫੜ ਕੇ ਪਟਕਾ ਕੇ ਮਾਰ। ਇਸ ਤਰ੍ਹਾਂ ਦੀ ਸਜ਼ਾ ਦੇਣਾ। ਉਹ ਬੜਾ ਹੱਸਦਾ ਹੁੰਦਾ ਸੀ ਜਦੋਂ ਹਾਥੀ ਨੇ ਉਹਨੂੰ ਪਟਕਾ ਕੇ ਮਾਰਨਾ ਨਾ, ਉਹਨੇ ਤਾੜੀਆਂ ਮਾਰ ਮਾਰ ਹੱਸਣਾ। ਇਹ ਉਹਦਾ ਜਿਵੇਂ ਇੱਕ ਤਰ੍ਹਾਂ ਨਾਲ ਇੰਟਰਟੇਨਮੈਂਟ ਸੀ। ਸੋ ਉਹਦਾ ਮਨੋਰੰਜਨ ਸੀ। ਸੋ ਪਿਆਰਾ ਲੱਗਦਾ ਪਾਪ ਨਾ, ਜਿਨ੍ਹਾਂ ਦਾ ਸੁਭਾਅ ਬਣ ਜਾਂਦਾ ਇਸ ਤਰ੍ਹਾਂ ਦਾ। ਉਹਨੇ ਕਬੀਰ ਸਾਹਿਬ ਨੂੰ ਵੀ ਹਾਥੀ ਥੱਲੇ ਕੁਚਲਣ ਲਈ ਆਖਿਆ ਸੀ। ਕਬੀਰ ਸਾਹਿਬ ਦੀਆਂ ਹੱਥ ਪੈਰ ਬਣਾ ਕੇ ਉੱਥੇ ਮੈਦਾਨ ਸੁੱਟ ਦਿੱਤਾ ਤੇ ਉਹ ਆਖਿਆ ਹਾਥੀ ਵਾਲੇ ਤੁਹਾਨੂੰ ਇਹਦੇ ਉੱਤੇ ਚੜਾ ਦੇ, ਉਹਦੇ ਉੱਤੇ ਸਿਰ ਤੇ ਪੈਰ ਰੱਖ ਕੇ ਹਾਥੀ ਨੂੰ ਕੁਚਲ ਦੇਵੇ। ਪਰ ਉਹ ਹਾਥੀ ਆਇਆ ਤੇ ਉਹ ਨਮਸਕਾਰ ਕਰਕੇ ਪਿੱਛੇ ਦੌੜ ਗਿਆ। ਸੋ ਇੱਕ ਸ਼ਬਦ ਲਿਖਿਆ ਹੈ ਕਬੀਰ ਸਾਹਿਬ ਜੀ ਨੇ, ਆਪਾਂ ਕਦੀ ਉਹ ਵੀ ਕਰ ਲਾਂਗੇ। ਸੋ ਇੱਥੇ ਹੈ ਪਾਪ ਬੁਰਾ ਪਰ ਪਾਪੀ ਕੋ ਪਿਆਰਾ। ਪਾਪ ਲੱਦੇ ਪਾਪੇ ਪਾਸਾਰਾ। ਪਾਪ ਕਰ ਕਰਕੇ ਪਾਪੀ ਮਨੁੱਖ ਪਾਪਾਂ ਨਾਲ ਆਪਣੇ ਆਪ ਨੂੰ ਲੱਦ ਲੈਂਦਾ ਹੈ। ਜਿਵੇਂ ਗੱਡਾ ਨਹੀਂ ਭਰ ਲਈਦਾ, ਇਸ ਤਰ੍ਹਾਂ ਉਹਨੇ ਗੱਡਾ ਲੱਦਿਆ ਹੋਇਆ ਆਪਣੇ ਆਪੇ ਉੱਤੇ। ਪਾਪਾਂ ਦੀਆਂ ਪੰਡਾਂ ਲੱਦੀਆਂ ਹੋਈਆਂ ਨੇ। ਪਾਪੇ ਪਾਸਾਰਾ, ਤੇ ਪਾਪ ਦਾ ਹੀ ਪਸਾਰਾ ਸਾਰੀ ਜ਼ਿੰਦਗੀ ਉਹ ਕਰਦਾ ਰਹਿੰਦਾ ਹੈ। ਪਾਪਾਂ ਦਾ ਹੀ ਪਸਾਰਾ ਕਰਦਾ ਰਹਿੰਦਾ ਹੈ। ਕਿਹੜੇ ਪਾਪ ਨੇ? ਗੁਰੂ ਪੰਜਵੇਂ ਪਾਤਸ਼ਾਹ ਨੇ ਲਿਖਿਆ ਹੈ ਕਿ ਵਿਕਾਰ ਪਾਥਰ ਗਲ ਹੈ ਬੰਨ੍ਹਦੇ, ਨਿੰਦ ਪੋਟ ਸਿਰਾਏ। ਵਿਕਾਰਾਂ ਦੇ ਪੱਥਰ ਆਪਣੇ ਗਲ ਵਿੱਚ ਬੰਨੇ ਹੋਏ ਨੇ ਬੰਦੇ ਨੇ, ਤੇ ਨਿੰਦਿਆ ਦੀ ਪੰਡ ਬੰਨ ਕੇ ਆਪਣੇ ਸਿਰ ਤੇ ਰੱਖੀ ਹੋਈ। ਵਿਕਾਰ ਪਾਥਰ ਗਲੇ ਬੰਨ੍ਹਦੇ, ਨਿੰਦ ਪੋਟ ਸਿਰਾਏ। ਮਹਾਸਾਗਰ ਸਮੁੰਦ ਲੰਘਣਾ ਪਾਰ ਨਾ ਪਰਨਾ ਜਾਏ। ਸਮੁੰਦਰ ਵਿੱਚੋਂ ਲੰਘਣਾ ਹੋਵੇ, ਦਰਿਆ ਪਾਰ ਕਰਨਾ ਹੋਵੇ ਤੇ ਪੱਥਰ ਗਲ ਵਿੱਚ ਬੰਨੇ ਹੋਣ ਤੇ ਉੱਤੇ ਪੰਡ ਮਿੱਟੀ ਦੀ ਚੁੱਕੀ ਹੋਵੇ ਤੇ ਕਿਵੇਂ ਪਾਰ ਲੰਘਿਆ ਜਾਏਗਾ? ਸੋ ਅਸੀਂ ਸੰਸਾਰ ਸਾਗਰ ਤੋਂ ਪਾਰ ਲੰਘਣਾ ਹੈ। ਅਸੀਂ ਵਿਕਾਰਾਂ ਦੇ ਪਾਪਾਂ ਦੇ ਪੱਥਰ ਬੰਨੇ ਹੋਏ ਨੇ ਗਲੇ ਵਿੱਚ ਤੇ ਉੱਤੇ ਨਿੰਦਿਆਂ ਦੀਆਂ ਪੰਡਾਂ ਚੁੱਕੀਆਂ ਹੋਈਆਂ ਨੇ। ਤੇ ਗੁਰੂ ਜੀ ਆਖਦੇ ਨੇ ਪਾਰ ਨਾ ਪਰਨਾ ਜਾਏ। ਵੀ ਗੁਰਮੁਖਾ ਇਸ ਢੰਗ ਨਾਲ ਤੂੰ ਇਸ ਸੰਸਾਰ ਸਾਗਰ ਤੋਂ ਪਾਰ ਨਹੀਂ ਲੰਘ ਪਾਏਗਾ। ਪਰ ਅੱਗੇ ਆਖਦੇ ਨੇ ਪਰ ਹਰ ਪਾਪ ਪਛਾਣਿਆ ਆਪ। ਜੇਕਰ ਇਹ ਬੰਦਾ ਪਾਪ ਨੂੰ ਤਿਆਗ ਦੇਵੇ, ਪਰ ਹਰ ਪਾਪ ਨੂੰ ਤਿਆਗ ਦੇਵੇ
ਪਛਾਣੇ ਆਪ ਤੇ ਆਪਣੇ ਆਪੇ ਦੀ ਪਹਿਚਾਣ ਕਰ ਲੇ ਕਿ ਮੈਂ ਪਾਪ ਕਰਨ ਲਈ ਪੈਦਾ ਨਹੀਂ ਕੀਤਾ ਗਿਆ ਸੰਸਾਰ ਵਿੱਚ। ਮੈਂ ਬੁਰੇ ਕਰਮ ਕਮਾਉਣ ਲਈ ਨਹੀਂ ਇੱਥੇ ਬਣਾਇਆ ਗਿਆ। ਬੁਰੇ ਕਰਮ ਕਰਨ ਲਈ ਮੈਨੂੰ ਰੱਬ ਨੇ ਦੇਈ ਨਹੀਂ ਦਿੱਤੀ। ਜੇ ਆਪਣੇ ਆਪ ਦੀ ਇਸ ਢੰਗ ਨਾਲ ਪਹਿਚਾਣ ਕਰ ਲਵੇ, ਨਾ ਤਿਸ ਸੋਗ ਵਿਜੋਗ ਸੰਤਾਪ, ਇਹ ਤਿੰਨ ਚੀਜ਼ਾਂ ਨੇ, ਸੋਗ, ਵਿਜੋਗ ਤੇ ਸੰਤਾਪ। ਪ੍ਰੋਫੈਸਰ ਸਾਹਿਬ ਸਿੰਘ ਇਹਨਾਂ ਦੇ ਅਰਥ ਕਰਦੇ ਨੇ, ਚਿੰਤਾ, ਵਿਛੋੜਾ ਤੇ ਦੁੱਖ। किसी प्रकार की चिंता नहीं रहेगी, ना जन्म मरण दी, ना जमा दी फाई दी, ना ज्ञान ध्यान दी, ना कुछ भी चिंता नहीं रहेगी। सब चिंतावां खत्म हो जाएंगियां। विजोग मैंने विछोड़ा, असी परमात्मा तो विछड़ के दुखी हाँ, वो भी नहीं रहेगा। संताप मैंने दुख, परमात्मा तो विछोड़े वाला दुख, ते जिहड़े सानू तीन प्रकार दे दुख लगे ने, तीने ताप निवारण हारा। तीन ताप ने जिहड़े मानसिक, शरीरक ते कुदरती, ये तीन प्रकार दे दुख हुंदे ने। सो इन्हां विचों ना कोई दुख लगेगा, ना विछोड़े दा दुख लगेगा, ना कोई चिंता लगेगी। सो ना तिस सोग विजोग संताप, जिहड़ा मनुख पाप नूं त्याग देवे, अपने आपे नूं पहचान लवे, उस दी चिंता मुक जाएगी, उहदा विछोड़ा भाव उहनूं मिलाप हासिल हो जाएगा, उहनूं किसी प्रकार का कोई दुख नहीं संताएगा। अगे सवाल करते ने, नरक पड़न तो क्यों रहे, क्यों बंचै जम काल। जरूर उस पंडित जी ने पूछा होएगा कि नरकां तो किवें बच जाइए, जमकाल तो किवें बच जाइए, ये आउणा जाना किवें रह जाए। नरक पड़न तो क्यों रहे, क्यों बंचै जम काल, क्यों आमन जाना विसरै। इत्थे तीन चीजां हो गईयां भी नरकां विच पैण तो किवें बचीए, जम काल मौत तो किवें बचीए, ते ये जिहड़ा जन्म मरण दा गेड़ है ये किवें रह जाए, किवें विसर जाए, भाव खत्म हो जाए। झूठ बुरा खै काल। गुरु जी आखदे ने जिन्ना चिर अंदर झूठ है ना, ये भी एक पाप है, पाप बुरा। ये झूठ बोलना भी एक पाप है। खै काल, ये झूठ रूपी काल ही तुहानू खाई जा रहा है। तुहाडा नाश यानी खै करना हुंदा विनाश करना, ये तुहाडा विनाश करी जा रहा है। गुरु जी ये समझा रहे हैं कि झूठ बोलना एक वड्डा पाप है। ये पाप ही काल बन के, मौत बन के तुहाडा सत्यानाश करी जा रहा है। ते तुसी किवें नरकां विच पैण तो बच पाओगे, किवें जम काल तो बचोगे, किवें आमन जाना मुकेगा। ये औगण सानू छड्डने होणगे, तां ही जीवन विच साडे सुधार आएगा। अगे आखदे ने, मन जंजाली वेड़िया, भी जंजाला माहे। जंजाल ते शब्द आपां समझदे ही हां, धंधे धंधार जे जिन्हां विच आपां सारे लोग फसे ही हां, साडा मन उन्हां विच ही लगा रहिंदा है। वेड़िया मैंने फसिया होया, मन जंजाली वेड़िया, जंजालां विच फसिया होया साडा मन। भी जंजालां माहे, अते अगे नूं भी जंजालां दे विच ही पैना लोचदा है, जंजाल छड्ड नहीं रहा है। हुण हल दसदे ने, विन नामे क्यों छूटी है, पापे पचा है। भई परमेश्वर दे नाम तो बिना साडा छुटकारा नहीं होना। पचाहे तो भावे कि खप खप के मरदे रहांगे, असी जन्म ते मरण दे गेड़ विच पए ही रहांगे। विन नाम है क्यों छूटी है, परमेश्वर दे नाम तो बिना साडा छुटकारा नहीं। नाम विहूणे आदमी कल्लर कंध गिरंत। गुरु जी आखदे ने कि जिहड़े नाम तो सखने लोग ने, वो इस तरह दे ने जिवें कल्लर दी कंध डिग पैंदी है। विन नामे क्यों छूटिया जाए रसातल अंत। अखीर नूं रसातल मैंने नरकां विच ही, पताल विच ही, थल्ले ही चले जाना। आपां परमेश्वर दे नाम तो बिना साडे जीवन दा उद्धार नहीं हो सकदा, साडा छुटकारा नहीं हो सकदा। सो इन्हां दो पौड़ियां विच सानू परमेश्वर दे नाम सिमरन लई प्रेरणा कीती, ते पाप विकार झूठ आदक ये चीज़ां त्यागन लई गुरु जी ने आख्या। जे असी गुरु जी दे बचन मन्नीए, परमेश्वर दे नाम दा सिमरन इस तरह करिए जिवें
ਸਵਾਂਤੀ ਬੂੰਦ ਲਈ ਪਪੀਹਾ ਕਰਦਾ ਹੈ ਤੇ ਫਿਰ ਪਰਮਾਤਮਾ ਆਪ ਹੀ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਵੇਗਾ। ਅੱਜ ਇੰਨੇ ਕੁ ਸ਼ਬਦ ਪ੍ਰਵਾਨ ਕਰਨਾ ਜੀ। ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।